ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਈਮਾਨ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਇਸ ਭਾਗ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਨੇ ਕਿ ਸਤ ਸੰਗਤ ਵਿੱਚ ਬੈਠ ਕੇ ਹਰ ਜਸ ਸਰਵਣ ਆਪਾਂ ਨੇ ਕੀਤਾ ਹੈ। ਗੁਰੂ ਕੇ ਕੀਰਤਨੀਏ ਸਤਿਗੁਰੂ ਜੀ ਦੇ ਇਹਨਾਂ ਪਾਵਨ ਬਚਨਾਂ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਕਰ ਕਿਰਪਾ ਤੇਰੇ ਗੁਣ ਗਾਵਾਂ, ਨਾਨਕ ਨਾਮ ਜਪਤ ਸੁਖ ਪਾਵਾਂ। ਗੁਰੂ ਅਰਜਨ ਦੇਵ ਜੀ ਦਾ ਇਹ ਮੁੱਖ ਵਾਕ, ਜਿਸ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਨੇ ਸੁਣਾਇਆ ਹੈ, ਇਸ ਅੰਦਰ ਪ੍ਰਮਾਤਮਾ ਦੀ ਵਡਿਆਈ ਕਰਦੇ ਹਾਂ, ਪ੍ਰਮਾਤਮਾ ਦੀ ਕੀਰਤੀ ਕਰਦੇ ਹਾਂ। ਅਖੀਰ ਤੇ ਜਾਚਨਾ ਕੀਤੀ ਕਿ ਵਾਹਿਗੁਰੂ ਜੀਓ, ਮੇਰੇ ਤੇ ਬਖਸ਼ਿਸ਼ ਕਦੋਂ, ਮੈਂ ਸਦਾ ਤੁਹਾਡੇ ਗੁਣ ਗਾਉਂਦਾ ਰਵਾਂ। ਮਨੁੱਖ ਦੀ ਜ਼ਿੰਦਗੀ ਦਾ ਮਕਸਦ ਹੀ ਪ੍ਰਮਾਤਮਾ ਦੇ ਗੁਣ ਗਾਉਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜ੍ਹੀਏ, ਜੇ ਤੇ ਆਪਾਂ ਪ੍ਰਮਾਤਮਾ ਦੇ ਗੁਣ ਗਾਉਂਦੇ ਰਵਾਂਗੇ, ਆਮ ਲੋਕਾਂ ਦਾ ਇਹ ਖਿਆਲ ਹੈ ਕਿ ਸ਼ਾਇਦ ਇਹ ਆਪਾਂ ਪ੍ਰਮਾਤਮਾ ਦੀ ਖੁਸ਼ਾਮਦ ਕਰਦੇ ਹਾਂ। ਪ੍ਰਮਾਤਮਾ ਨੂੰ ਕਿਸੇ ਦੀ ਖੁਸ਼ਾਮਦ ਦੀ ਲੋੜ ਨਹੀਂ ਹੈ। ਸਾਡੀਆਂ ਕੁਝ ਗੱਲਾਂ ਕਰਨ ਨਾਲ ਪਰਮਾਤਮਾ ਵੱਡਾ ਨਹੀਂ ਹੋ ਜਾਣਾ, ਨਹੀਂ ਕਰਾਂਗੇ ਉਹ ਛੋਟਾ ਨਹੀਂ ਹੋ ਜਾਣਾ। ਪਰਮਾਤਮਾ ਦੇ ਗੁਣ ਗਾਉਣੇ ਕਿਉਂ ਹੈ? ਕਾਰਨ ਹੈ ਕਿ ਮਨੁੱਖ ਦੀ ਜ਼ਿੰਦਗੀ ਦਾ ਮਕਸਦ ਹੈ ਜ਼ਿੰਦਗੀ 'ਚ ਪਰਮ ਪਦਵੀ ਨੂੰ ਪ੍ਰਾਪਤ ਕਰਨਾ, ਪੂਰਨ ਮਨੁੱਖ ਬਣਨਾ, ਜਿਵੇਂ ਕਹਿ ਲਓ ਰੱਬ ਬਣਨਾ। ਗੁਰੂ ਕੇ ਬਚਨ ਰੋਜ਼ ਪੜ੍ਹਦੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਹੈ। ਗੋਬਿੰਦ ਮਿਲਣ ਦਾ ਅਰਥ ਹੈ ਕਿ ਜ਼ਿੰਦਗੀ 'ਚ ਪਰਮ ਪਦਵੀ ਨੂੰ ਪ੍ਰਾਪਤ ਕਰਨਾ, ਜੋ ਮਨੁੱਖਤਾ ਦਾ ਸਿਖਰ ਹੈ, ਉੱਥੇ ਪਹੁੰਚਣਾ। ਹੁਣ ਉਸ ਮਨੁੱਖਤਾ ਦੇ ਸਿਖਰ ਪਦਵੀ ਨੂੰ ਪ੍ਰਾਪਤ ਕਰਨ ਦੇ ਲਈ ਲੋੜ ਹੈ ਕਿ ਆਪਾਂ ਉੱਥੇ ਪਹੁੰਚਣ ਵਾਲੀ ਕੁਆਲਿਟੀ ਰੱਖਦੇ ਹੋਈਏ। ਸਾਡੀ ਜ਼ਿੰਦਗੀ ਅੰਦਰ ਉਹ ਕੁਆਲਿਟੀ ਆ ਜਾਏ, ਉਹ ਗੁਣ ਆ ਜਾਣ। ਉਹ ਗੁਣ ਤਾਂ ਹੀ ਆਉਣਗੇ ਜੇ ਆਪਾਂ ਉਸ ਗੁਣਾਂ ਵਾਲੀ ਹਸਤੀ ਨੂੰ ਚੇਤੇ ਕਰਾਂਗੇ। ਤੁਸੀਂ ਡਾਕਟਰ ਬਣਨਾ ਹੈ, ਕਿਸੇ ਡਾਕਟਰ ਦੇ ਨਾਲ ਸਾਂਝ ਪਾਓਗੇ ਤਾਂ ਹੀ ਗੱਲ ਬਣੇਗੀ ਨਾ। ਘਰੇ ਬੈਠਿਆਂ ਦੇ ਡਾਕਟਰ ਨਹੀਂ ਬਣ ਸਕਦੇ। ਤੁਸੀਂ ਜ਼ਿੰਦਗੀ ਅੰਦਰ ਪਰਮ ਮਨੁੱਖ ਬਣਨਾ ਹੈ ਤੇ ਕਿਸੇ ਪਰਮ ਹਸਤੀ ਦੀ ਯਾਦ ਵਿੱਚ ਜਾਂ ਉਹਦੇ ਪਿਆਰ 'ਚ ਜੁੜਨਾ ਪਏਗਾ, ਉਹਦੇ ਨਾਲ ਬਾਰੇ ਜਾਣਨਾ ਪਏਗਾ। ਪਰਮਾਤਮਾ ਦੇ ਗੁਣ ਇਸ ਕਰਕੇ ਗਾਉਣੇ ਨੇ ਕਿ ਜਿਉਂ-ਜਿਉਂ ਅਸੀਂ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਾਂਗੇ, ਅਸੀਂ ਗੁਣਵਾਨ ਬਣਦੇ ਜਾਵਾਂਗੇ। ਜਿਉਂ-ਜਿਉਂ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਾਂਗੇ, ਸਾਡੇ ਔਗੁਣ ਆਪਣੇ ਆਪ ਹੀ ਮਿਟਦੇ ਚਲੇ ਜਾਣਗੇ, ਸਾਡੇ ਅੰਦਰੋਂ ਮੈਲ ਮਿਟਦੀ ਜਾਏਗੀ। ਸਤਿਗੁਰੂ ਜੀ ਕਹਿੰਦੇ, ਜਿੰਨੇ ਗੁਣ ਗਾਏ ਉਹਦਾ ਜੀਵਨ ਸਫਲ ਹੋ ਗਿਆ, ਪਰ ਜਿੰਨੇ ਨਹੀਂ ਗਾਏ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਉਹਨੇ ਆਪਣੀ ਜ਼ਿੰਦਗੀ ਬਿਰਥਾ ਗਵਾ ਲਈ। ਬਿਰਥਾ ਐਵੇਂ ਆਪਾਂ ਇਹ ਕਹੀਏ ਕਿ ਬੱਚਾ ਸਕੂਲ ਪੜ੍ਹਨ ਲਈ ਗਿਆ, ਉਹ ਜੋ ਕੁਝ ਪੜ੍ਹਨ ਲਈ ਗਿਆ ਉਹ ਪੜ੍ਹਿਆ ਹੀ ਨਹੀਂ, ਤੇ ਆਪਾਂ ਕਹਿੰਦੇ ਤੇਰਾ ਤੇ ਸਾਲ ਜਿਹੜਾ ਨਾ ਖਰਾਬ ਹੋ ਗਿਆ, ਬਿਰਥਾ ਚਲ ਗਿਆ। 1 ਸਾਲ ਤੂੰ ਗਿਆ, 2 ਸਾਲ ਗਿਆ ਤੇ ਕਿਸੇ ਲੇਖੇ ਨਹੀਂ ਲੱਗਿਆ। ਜ਼ਿੰਦਗੀ ਇਹ ਰੋਟੀ ਪਾਣੀ ਖਾਣ ਲਈ ਨਹੀਂ ਮਿਲੀ, ਜਾਂ ਕੇਵਲ ਦੌੜ ਭੱਜ ਕਰਕੇ ਦੁਨੀਆ ਦੇ ਪਦਾਰਥ ਇਕੱਠੇ ਕਰਨ ਲਈ ਨਹੀਂ ਮਿਲੀ। ਬੜੇ ਲੋਕ ਆਏ ਜਿਨ੍ਹਾਂ ਨੇ ਦੁਨੀਆ ਦਾ ਧਨ ਦੌਲਤ ਬਹੁਤ ਇਕੱਠਾ ਕਰ ਲਿਆ, ਬੜੇ ਦੁਨੀਆ ਦੇ ਰਸ ਕਸ ਉਹਨਾਂ ਨੇ ਮਾਣ ਲਏ, ਪਰ ਆਖਰ ਇਸ ਧਰਤੀ ਤੋਂ ਝੂਰਦੇ ਹੀ ਚਲੇ ਗਏ, ਪਛਤਾਉਂਦੇ ਚਲੇ ਗਏ। ਸਤਿਗੁਰੂ ਜੀ ਕਹਿੰਦੇ, ਜੇ ਪ੍ਰਮਾਤਮਾ ਦੇ ਗੁਣ ਗਾਵਾਂਗੇ, ਜ਼ਿੰਦਗੀ 'ਚ ਅਸੀਂ ਵੀ ਪ੍ਰਮਾਤਮਾ ਬਣ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਜਿਨ ਹਰ ਜਪਿਆ ਸੇ ਹਰ ਹੋਏ। ਸਾਡੀ ਜ਼ਿੰਦਗੀ 'ਚ ਆਪਾਂ ਜਦੋਂ ਸਮਾਜ 'ਚ ਨਜ਼ਰ ਮਾਰਦੇ ਹਾਂ ਨਾ, ਤੇ 4 ਸਫੇਰੇ ਅਗਿਆਨਤਾ ਹੈ, 4 ਸਫੇਰੇ ਭ੍ਰਿਸ਼ਟਾਚਾਰ ਹੈ, 4 ਸਫੇਰੇ ਹਨੇਰਾ ਹੀ ਸਾਨੂੰ ਨਜ਼ਰ ਆ ਰਿਹਾ। ਬੜੀ ਇਮਾਨਦਾਰੀ ਨਾਲ ਦੇਖੀਏ, ਬੰਦਾ ਨਿਰਾਸ਼ ਹੋ ਜਾਂਦਾ ਕਿ ਸਮਾਜ ਵਿੱਚ ਆਪਾਂ ਜਿੱਧਰ ਦੇਖਦੇ ਹਾਂ ਨਿਰਾਸ਼ਤਾ ਹੀ ਹੈ। ਇਸ ਨਿਰਾਸ਼ਤਾ ਤੋਂ ਬਚਣ ਦੇ ਲਈ ਜਾਂ ਜ਼ਿੰਦਗੀ ਦੇ ਅੰਦਰ ਉੱਚੀ ਸੋਚ ਪ੍ਰਾਪਤ ਕਰਨ ਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਸਭ ਤੋਂ ਵੱਡੀ ਦਾਤ ਦਿੱਤੀ ਹੈ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ। ਪ੍ਰਮਾਤਮਾ ਦੀ ਸਿਫਤ ਸਲਾਹ ਕਰੋਗੇ, ਤੁਹਾਡੇ ਅੰਦਰ ਇੱਕ ਪੋਜ਼ਿਟਿਵ ਸੋਚ ਪੈਦਾ ਹੋਏਗੀ, ਇੱਕ ਚੜ੍ਹਦੀ ਕਲਾ ਵਾਲੀ ਸੋਚ ਪੈਦਾ ਹੋਏਗੀ। ਤੁਸੀਂ ਇਸ ਸੰਸਾਰ ਦੇ ਅੰਦਰ ਭਾਵੇਂ ਬੁਰਾਈਆਂ ਨਾਲ ਭਰੇ ਹੈ, ਭਾਵੇਂ ਇੱਥੇ ਬੜੀਆਂ ਪਰੇਸ਼ਾਨੀਆਂ ਨੇ, ਬੜੀਆਂ ਰੁਕਾਵਟਾਂ ਨੇ, ਜੇ ਤੁਸੀਂ ਪ੍ਰਮਾਤਮਾ ਦੇ ਗੁਣ ਗਾ ਕੇ ਅੰਦਰੋਂ ਤਗੜੇ ਹੋ ਗਏ ਤੇ ਤੁਸੀਂ ਇਸ ਪਰੇਸ਼ਾਨੀਆਂ ਜਾਂ ਮੁਸੀਬਤਾਂ ਭਰੇ ਸੰਸਾਰ 'ਚ ਵੀ ਜ਼ਿੰਦਗੀ ਦਾ ਆਨੰਦ ਮਾਣ ਲਓਗੇ। ਇਵੇਂ ਕਹਿ ਲਓ, ਕੋਈ ਬੰਦਾ ਇਕੱਲਾ ਜੰਗਲ 'ਚ ਵਿਚਰਦਾ ਹੈ, ਇਕੱਲਾ ਹੈ, ਜੰਗਲ ਡਰਾਉਣਾ ਹੈ, ਪੈਰ ਪੈਰ ਤੇ ਡਰ ਹੈ, ਜੰਗਲ ਦੇ ਵਿੱਚ ਇਕੱਲੇ ਆ। ਪਰ ਜਿਹੜਾ ਬੰਦਾ ਅੰਦਰੋਂ ਤਗੜਾ ਹੈ, ਜਿਹਦੇ ਕੋਲ ਕੋਈ ਸਾਧਨ ਹੈ, ਉਹ ਜੰਗਲ 'ਚ ਵੀ ਮੌਜ ਮਾਣ ਲੈਂਦਾ।
ਇਹ ਦੁਨੀਆ ਇੱਕ ਜੰਗਲ ਹੀ ਹੈ। ਬਨ ਪਿਹਾਵਲੇ ਇੱਕ ਸਾਥੀ ਲੱਭਨ ਦੁੱਖ ਹਰਤਾ ਹਰ ਨਾਮਾ। ਪਿਹਾਵਲ ਦਾ ਅਰਥ ਕਿ ਬੜਾ ਭਿਆਨਕ ਜੰਗਲ ਹੈ ਜਗਤ ਵਿੱਚ, ਪਰ ਇੱਥੇ ਸਾਨੂੰ ਇੱਕ ਸਾਥੀ ਦੇ ਦਿੱਤਾ ਗੁਰੂ ਸਾਹਿਬ ਜੀ ਨੇ। ਉਹ ਪਰਮਾਤਮਾ ਦੇ ਗੁਣ ਗਾਓ, ਪਰਮਾਤਮਾ ਦੀ ਕੀਰਤੀ ਕਰੋ। ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਮੇਰੇ ਤੇ ਬਖਸ਼ਿਸ਼ ਕਰੋ, ਮੈਂ ਤੁਹਾਡੀ ਕੀਰਤੀ ਕਰਦਾ ਰਵਾਂ, ਤੇ ਜਿਉਂ-ਜਿਉਂ ਕੀਰਤੀ ਕਰਾਂ ਮੈਂ ਸੁਖੀ ਹੁੰਦਾ, ਆਨੰਦ ਮਾਣਦਾ। ਸਤਿਗੁਰੂ ਜੀ ਮਿਹਰ ਕਰਨ ਸਾਨੂੰ ਵੀ ਇਹ ਦਾਤ ਮਿਲੇ ਕਿ ਅਸੀਂ ਉੱਠਦੇ ਹਾਂ, ਬੈਠਦੇ ਹਾਂ, ਸੁੱਤੇ ਹਾਂ, ਜਾਗਦੇ ਹਾਂ। ਗੁਣ ਗਾਉਣ ਦਾ ਅਰਥ ਕੀ ਹੈ? ਆਨੇ ਬਹਾਨੇ ਵਾਹਿਗੁਰੂ ਜੀ ਨੂੰ ਚੇਤੇ ਕਰਨਾ। ਘਰ ਨੂੰ ਦੇਖਦੇ ਹਾਂ, ਬੱਚਿਆਂ ਨੂੰ ਦੇਖਦੇ ਹਾਂ, ਕਾਰੋਬਾਰ ਨੂੰ ਦੇਖਦੇ ਹਾਂ, ਪ੍ਰਮਾਤਮਾ ਦਾ ਧੰਨਵਾਦ ਕਰੀ ਜਾਈਏ। ਇਹ ਹੈ ਪ੍ਰਮਾਤਮਾ ਦੇ ਗੁਣ ਗਾਉਣਾ। ਜਿੱਥੇ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ ਹੈ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਕਥਾ ਵਿਚਾਰ ਸ੍ਰੀ ਗੁਰੂ ਪ੍ਰਤਾਪ ਸੂਜ ਗ੍ਰੰਥ ਵਿੱਚੋਂ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ। ਇੱਕ ਬੜੀ ਮਹਾਨ ਗਾਥਾ ਸਤਿਗੁਰੂ ਜੀ ਦੀ ਜ਼ਿੰਦਗੀ ਦੀ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਗਤ ਜਲੰਦੇ ਨੂੰ ਠਾਰਨ ਦੇ ਲਈ ਬਹੁਤ ਵੱਡੀਆਂ ਵੱਡੀਆਂ ਯਾਤਰਾਵਾਂ ਕੀਤੀਆਂ, ਜਿਹਨੂੰ ਆਪਾਂ ਉਦਾਸੀਆਂ ਕਹਿੰਦੇ ਹਾਂ। ਆਪਣੀ ਤੀਸਰੀ ਉਦਾਸੀ ਵਿੱਚ ਗੁਰੂ ਨਾਨਕ ਸਾਹਿਬ ਜੀ ਅਰਬ ਕੰਟਰੀ ਵੱਲ ਗਏ ਨੇ, ਈਰਾਨ ਗਏ, ਇਰਾਕ ਗਏ, ਸਾਊਦੀ ਅਰਬ ਗਏ ਨੇ। ਗੁਰੂ ਸਾਹਿਬ ਜੀ ਮੱਕੇ ਗਏ, ਮੱਕੇ ਤੋਂ ਬਾਅਦ ਸਤਿਗੁਰੂ ਜੀ ਇਰਾਕ 'ਚ ਆਉਂਦੇ, ਬਗਦਾਦ ਵਿੱਚ ਆਉਂਦੇ ਨੇ। ਭਾਈ ਗੁਰਦਾਸ ਜੀ ਨੇ ਗੁਰੂ ਕੀ ਇਹ ਜ਼ਿੰਦਗੀ ਦੀ ਘਟਨਾ ਅੰਕਿਤ ਕੀਤੀ ਹੈ। ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸਤਿਗੁਰੂ ਜੀ ਦੋਵੇਂ ਜਾਣੇ ਸਨ, ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਕਿੰਨੀ ਵੱਡੀ ਸਤਿਗੁਰੂ ਜੀ ਦੀ ਇਹ ਦਲੇਰੀ ਹੈ। ਉਹਨਾਂ ਕੰਟਰੀਆਂ 'ਚ, ਉਹਨਾਂ ਥਾਵਾਂ 'ਤੇ ਜਿੱਥੇ ਗੈਰ ਮੁਸਲਮਾਨ ਜਾ ਨਹੀਂ ਸਕਦਾ, ਸਤਿਗੁਰੂ ਜੀ ਇਕੱਲੇ ਚਲੇ ਗਏ। ਮੱਕੇ ਵਿੱਚ ਜਾ ਕੇ ਉੱਥੋਂ ਦੇ ਹਾਜੀਆਂ ਨੂੰ ਇਹ ਗੱਲ ਕਹਿਣੀ ਕਿ ਉਹ ਪ੍ਰਮਾਤਮਾ ਸਰਵ ਵਿਆਪਕ ਹੈ। ਕਹਿਣਾ ਅਲੱਗ ਗੱਲ ਹੈ, ਉਹਨਾਂ ਨੂੰ ਯਕੀਨ ਕਰਾ ਦੇਣਾ। ਆ ਜਿਹੜਾ ਕਹਿੰਦਾ ਫਿਰ ਆ ਮੱਕਾ ਕਾਲਾ ਦਿਖਾਰੀ, ਬਿਲਡਿੰਗਾਂ ਨਹੀਂ ਘੁੰਮਦੀਆਂ ਹੁੰਦੀਆਂ, ਠੀਕ ਹੈ, ਸਾਡੀ ਸ਼ਰਧਾ ਅਸੀਂ ਮੰਨਣ ਲਈ ਤਿਆਰ ਨਹੀਂ ਹੈ। ਭਾਈ ਗੁਰਦਾਸ ਨੇ ਤੇ ਇਹ ਵੀ ਕਿਹਾ ਗੜ ਬਗਦਾਦ ਨਵਾਏ ਕੇ ਮੱਕਾ ਮਦੀਨਾ ਸਭੇ ਨਵਾਇਆ। ਉਹ ਬਗਦਾਦ ਕਿੰਨਾ ਨਿਵ ਗਿਆ, ਕਿੱਧਰ ਨੂੰ ਗਿਆ? ਨਿਮਾਉਣ ਦਾ ਅਰਥ ਹੈ ਕਿ ਉੱਥੇ ਆਪਣੇ ਗਿਆਨ ਦਾ ਡੰਕਾ ਵਜਾ ਦੇਣਾ, ਲੋਕਾਂ ਨੂੰ ਚਾਨਣ ਦੇ ਦੇਣਾ। ਜਿੱਥੇ ਗੱਲ ਆਉਂਦੀ ਕਿ ਸਤਿਗੁਰੂ ਜੀ ਨੇ ਮੱਕਾ ਫੇਰਿਆ, ਮੱਕੇ ਫੇਰਨ ਦਾ ਅਰਥ ਹੈ ਕਿ ਉਹਨਾਂ ਲੋਕਾਂ ਦੀ ਸੋਚ ਬਦਲ ਦਿੱਤੀ। ਉਹਨਾਂ ਲੋਕਾਂ ਨੂੰ ਦੱਸ ਦਿੱਤਾ ਕਿ ਪ੍ਰਮਾਤਮਾ ਸਰਵਿਆਪਕ ਇਕੱਲਾ ਮੱਕੇ ਵਿੱਚ ਨਹੀਂ ਹੈ। ਜਦੋਂ ਸਤਿਗੁਰੂ ਜੀ ਕਹਿੰਦੇ ਜਿੱਧਰ ਰੱਬ ਦਾ ਘਰ ਨਹੀਂ ਉੱਧਰ ਪੈਰ ਕਰਦੇ ਤੂੰ, ਹੁਣ ਰੱਬ ਦਾ ਘਰ ਕਿੱਧਰ ਨਹੀਂ ਹੈ? ਰੱਬ ਦਾ ਘਰ ਤਾਂ ਸਾਰੇ ਪਾਸੇ ਹੈ। ਉਹ ਸਤਿਗੁਰੂ ਜੀ ਬਗਦਾਦ ਆਏ। ਬਗਦਾਦ ਉਹ ਸ਼ਹਿਰ ਹੈ ਜਿਹੜਾ ਇਸਲਾਮ ਜਗਤ ਦਾ ਇੱਥੇ ਤਖਤ ਹੋਇਆ, ਖਿਲਾਫਤ ਦਾ ਤਖਤ ਹੋਇਆ ਕਰਦਾ ਸੀ। ਜਿਵੇਂ ਸਾਡਾ ਪਰਮ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਹੈ, ਸੈਂਟਰ ਕੇਂਦਰ ਹੈ ਸਾਡਾ, ਬਗਦਾਦ ਦਾ ਕੇਂਦਰ ਸੀ। ਇੱਥੇ ਖਲੀਫਾ, ਜਿਹਨੂੰ ਆਪਾਂ ਆਪਣੀ ਬੋਲੀ ਜਥੇਦਾਰ ਕਹਿੰਦੇ ਹਾਂ, ਖਿਲਾਫਤ ਦਾ ਤਖਤ ਸੀ। ਖਲੀਫਾ ਇੱਥੋਂ ਹੁਕਮ ਜਾਰੀ ਕਰਿਆ ਕਰਦਾ ਸੀ, ਸਾਰਾ ਇਸਲਾਮ ਮੰਨਦਾ ਸੀ। ਉਸ ਖਲੀਫੇ ਦੀ ਜਗ੍ਹਾ 'ਤੇ ਜਿਹੜਾ ਬੈਠਾ ਉਹਨੂੰ ਦਸਤਗੀਰ ਕਿਹਾ ਜਾਂਦਾ ਸੀ, ਦਸਤਗੀਰ। ਗੁਰੂ ਨਾਨਕ ਸਾਹਿਬ ਜੀ ਬਗਦਾਦ ਵਿੱਚ ਗਏ। ਸਤਿਗੁਰੂ ਜੀ ਦੀ ਅਜੇ ਵੀ ਉੱਥੇ ਯਾਦਗਾਰ ਹੈ, ਬਾਹਰ ਜਾਏ ਕੀਆ ਅਸਥਾਨਾ। ਇਤਿਹਾਸ ਕਹਿੰਦੇ ਕਬਰਸਤਾਨ ਸਤਿਗੁਰੂ ਜੀ ਬੈਠੇ ਨੇ। ਇਸਲਾਮ ਜਗਤ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਰਾਗ ਜਿਹੜਾ ਇਹ ਹਰਾਮ ਹੈ, ਮਨ ਹੈ। ਰਾਗ ਵਾਸ਼ਨਾ ਪੈਦਾ ਕਰਦਾ ਹੈ, ਵਿਕਾਰ ਪੈਦਾ ਕਰਦਾ ਹੈ। ਰਾਗ ਜਿਹੜਾ ਹੈ ਉਹਨੂੰ ਸਿਰਫ ਇਹਨਾਂ ਸੋਚੇ ਗਲਤ ਥਾਵਾਂ 'ਤੇ ਗਾਉਣ ਕਰਕੇ ਇਹ ਮਾੜਾ ਹੈ, ਉੱਥੇ ਜਾ ਕੇ ਚੰਚਲਤਾ ਪੈਦਾ ਕਰਦਾ ਹੈ, ਮਨੁੱਖ ਦੀ ਮੱਤ ਜਿਹੜੀ ਮਾੜੇ ਮੰਨੇ ਜਾਂਦੀ ਹੈ। ਦੇਖੋ ਗੁਰੂ ਸਾਹਿਬ ਜੀ ਦੀ ਵਡਿਆਈ ਕਿੰਨੀ ਵੱਡੀ ਹੈ। ਅਸੀਂ ਤਾਂ ਗੁਰੂ ਸਾਹਿਬ ਜੀ ਦੀਆਂ ਬਖਸ਼ਾਂ ਨੂੰ ਸਮਝ ਹੀ ਨਹੀਂ ਸਕੇ। ਠੀਕ ਹੈ, ਅਸੀਂ ਗੁਰਪੁਰਬ ਮਨਾਉਂਦੇ, ਲੰਗਰ ਛਕਦੇ ਕਿ ਨੇ ਵਾਹ ਬਾਬਾ ਨਾਨਕ ਜੀ ਬੜੀ ਕਿਰਪਾ ਕੀਤੀ, ਕੜਾਹ ਪ੍ਰਸ਼ਾਦ ਛਕ ਲਿਆ, ਵਾਹਿਗੁਰੂ ਵਾਹਿਗੁਰੂ ਤੁਰੇ ਜਾਂਦੇ ਹਾਂ। ਜੋ ਦਾਤਾਂ ਮਨੁੱਖਤਾ ਨੂੰ ਗੁਰੂ ਸਾਹਿਬ ਜੀ ਨੇ ਦਿੱਤੀਆਂ ਨੇ, ਉਹਨਾਂ ਨੂੰ ਸਮਝਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਜੀ ਇਸ ਜਗਤ ਦੀ ਹਰ ਚੀਜ਼ ਨੂੰ ਉੱਚੀਆਂ ਚੁੱਕਣ ਲਈ ਆਏ ਸਨ। ਨੀਵੇਂ ਮਨੁੱਖਾਂ ਨੂੰ ਵੀ ਉੱਚੇ ਚੁੱਕਿਆ ਹੈ, ਨੀਵੇਂ ਸਮਾਜ ਨੂੰ ਉੱਚੀਆਂ ਚੁੱਕਿਆ ਹੈ। ਜਿਹੜੀ ਚੀਜ਼ ਲੋਕਾਂ ਦੀਆਂ ਨਜ਼ਰਾਂ 'ਚ ਨੀਵੀਂ ਸੀ ਉਹਨੂੰ ਮਹਾਨ ਬਣਾ ਦਿੱਤਾ ਸਤਿਗੁਰੂ ਜੀ ਨੇ। ਰਾਗ ਨੂੰ ਨਫ਼ਰਤ ਕਰਦਾ ਸੀ ਇਸਲਾਮ ਜਗਤ, ਗੁਰੂ ਸਾਹਿਬ ਜੀ ਨੇ ਰਾਗ ਨੂੰ ਕਿੱਡਾ ਵੱਡਾ ਥਾਂ ਦਿੱਤਾ ਹੈ। ਗੁਰਬਾਣੀ ਹੈ ਹੀ ਰਾਗਾਂ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗ ਸਤਿਗੁਰੂ ਜੀ ਨੇ ਅੰਕਿਤ ਕਰ ਦਿੱਤੇ ਨੇ। ਗੁਰੂ ਨਾਨਕ ਸਾਹਿਬ ਜੀ ਜਾਂਦੇ ਨੇ ਉੱਥੇ ਜਿੱਥੇ ਰਾਗ ਗਾਉਣਾ ਮਨ੍ਹਾ ਹੈ, ਅੰਮ੍ਰਿਤ ਵੇਲੇ ਸਤਿਗੁਰੂ ਜੀ ਗੁਰਬਾਣੀ ਦਾ ਕੀਰਤਨ ਕਰਦੇ ਨੇ। ਉਹ ਅਸਥਾਨ ਜਿਨ੍ਹਾਂ ਦੀ ਇੱਕ ਧਾਰਨਾ ਹੈ ਕਿ 14 ਹੀ ਤਬਕ ਨੇ, 7 ਆਗਾਸ ਨੇ, 7 ਪਤਾਲ ਨੇ। ਪੜ੍ਹੇ ਲਿਖੇ ਲੋਕਾਂ ਨੂੰ ਪਤਾ ਹੋਏਗਾ, ਕਦੀ ਗਲੀਲੀਓ ਨੇ ਕਿਹਾ ਸੀ ਧਰਤੀ ਗੋਲ ਹੈ, ਉਹਦੇ ਵਿਰੁੱਧ ਫਤਵੇ ਜਾਰੀ ਕਰ ਦਿੱਤੇ ਗਏ। ਅਰਸਤੂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ, ਕਾਰਨ ਕਿ ਉਹ ਸੱਚ ਬੋਲਦਾ ਹੈ। ਜੋ ਧਰਮ ਦੀ ਦੁਨੀਆ 'ਚ ਮਿਥਾਂ ਬਣੀਆਂ ਨੇ, ਜੋ ਧਰਮ ਦੇ ਨਾਂ 'ਤੇ ਕਲਪਨਾਵਾਂ ਕੀਤੀਆਂ ਗਈਆਂ ਨੇ,
ਉਹ ਉਹਨਾਂ ਦੇ ਬਖੀਏ ਉਧੇੜਦੇ ਸਨ ਤੇ ਅਖੌਤੀ ਧਾਰਮਿਕ ਲੋਕਾਂ ਨੇ ਉਹਨਾਂ ਨੂੰ ਮਾਰਿਆ, ਉਹਨਾਂ ਦੀ ਵਿਰੋਧਤਾ ਕੀਤੀ। ਬਾਬਾ ਨਾਨਕ ਜੀ ਨਾਲ ਵੀ ਇਹੀ ਕੁਝ ਵਾਪਰਿਆ। ਪਰ ਬਾਬਾ ਨਾਨਕ ਜੀ ਦੀ ਇੱਕ ਮਹਾਨਤਾ ਸੀ। ਬਾਬਾ ਨਾਨਕ ਜੀ ਇਕੱਲਾ ਉਹ ਇਹ ਨਹੀਂ ਸਨ ਕਹਿੰਦੇ ਕਿ ਇਹ ਗੱਲ ਇਵੇਂ ਨਹੀਂ ਹੈ। ਬਾਬਾ ਨਾਨਕ ਜੀ ਅੱਗੇ ਇੰਨਾ ਗਿਆਨ ਰੱਖਦੇ ਸਨ ਕਿ ਉਹ ਲੋਕਾਂ ਦੀ ਤਸੱਲੀ ਕਰਾਉਣ ਦੇ ਸਮਰੱਥ ਸਨ ਕਿ ਇਹ ਗੱਲ ਇਵੇਂ ਹੈ। ਜੇ ਬਾਬਾ ਜੀ ਮੱਕੇ ਜਾਂਦੇ ਨੇ ਤੇ ਸਤਿਗੁਰੂ ਜੀ ਨੇ ਉਹਨਾਂ ਦੀ ਤਸੱਲੀ ਕਰਾਈ ਕਿ ਪ੍ਰਮਾਤਮਾ ਸਰਵ ਵਿਆਪਕ ਹੈ। ਗਿਆਨ ਦੇ ਨਾਲ ਚਰਚਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਕਿਸੇ ਚੀਜ਼ ਤੇ ਤਰਕ ਕਰ ਲੈਣੀ ਬੜੀ ਸੌਖੀ ਹੈ, ਕਿਸੇ ਚੀਜ਼ ਤੇ ਕਿੰਤੂ ਪਰੰਤੂ ਕਰਨਾ, ਖੰਡਨ ਕਰ ਲੈਣਾ ਬਹੁਤ ਸੌਖਾ, ਔਰ ਇੱਥੋਂ ਹੀ ਲੜਾਈਆਂ ਸ਼ੁਰੂ ਹੁੰਦੀਆਂ ਨੇ। ਲੇਕਿਨ ਕਿਸੇ ਮਨੁੱਖ ਦੀ ਇਹ ਤਰਕ ਤੋਂ ਬਾਅਦ ਤਸੱਲੀ ਕਰਾਉਣੀ, ਦਲੀਲ ਦੇ ਨਾਲ ਉਹਨੂੰ ਗਿਆਨ ਦੇ ਦੇਣਾ, ਇਹ ਬੜੀ ਮਹਾਨ ਗੱਲ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੀ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਰਾਗ ਗਾਇਨ ਕੀਤਾ, ਕੀਰਤਨ ਗਾਇਨ ਕੀਤਾ। ਉਹ ਇਲਾਕੇ ਦੇ ਲੋਕਾਂ ਨੇ ਜਾ ਕੇ ਦਸਤਗੀਰ ਨੂੰ ਦੱਸਿਆ ਕਿ ਤੇਰੇ ਸ਼ਹਿਰ 'ਚ ਕੁਫਰੀ ਹੋ ਰਿਹਾ, ਇੱਥੇ ਸੰਗੀਤ ਗਾਇਆ ਜਾ ਰਿਹਾ। ਹੁਕਮ ਹੋ ਗਿਆ ਕਿ ਉਸ ਬੰਦੇ ਨੂੰ ਪੱਥਰ ਮਾਰ ਮਾਰ ਕੇ ਮਾਰ ਦਿਓ, ਸੰਗਸਾਰ ਕਰ ਦਿਓ, ਪੱਥਰ ਮਾਰ ਮਾਰ ਕੇ ਮਾਰ ਦਿਓ। ਗੁਰੂ ਨਾਨਕ ਸਾਹਿਬ ਜੀ ਵਾਲਾ ਹਜ਼ਾਰਾਂ ਹੀ ਧਾਰਮਿਕ ਜਜ਼ਬਾਤੀ ਲੋਕ ਸਤਿਗੁਰੂ ਜੀ ਨੂੰ ਮਾਰਨ ਦੇ ਲਈ ਆਏ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਕੀਰਤਨ ਦੇ ਵਿੱਚ, ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੇ ਵਿੱਚ ਏਡੀ ਵੱਡੀ ਕਸਰ ਸੀ, ਏਡੀ ਵੱਡੀ ਖਿੱਚ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਕੀਰਤਨ ਕਰਦੇ ਸਨ, ਇਤਿਹਾਸ ਕਹਿੰਦਾ, ਸਾਖੀਕਾਰ ਲਿਖਦੇ ਨੇ, ਉਦੋਂ ਤੇ ਪਸ਼ੂ ਪੰਛੀ ਵੀ ਮੁਗਧ ਹੋ ਜਾਂਦੇ ਸਨ। ਗੁਰੂ ਨਾਨਕ ਸਾਹਿਬ ਜੀ ਕੀਰਤਨ ਕਰਨੇ, ਸਤਿਗੁਰੂ ਜੀ ਦੇ ਇਲਾਹੀ ਬਚਨ, ਸਤਿਗੁਰੂ ਜੀ ਦਾ ਤੇਜਸਵੀ ਸਰੂਪ, ਸਤਿਗੁਰੂ ਜੀ ਦੇ ਕ੍ਰਾਂਤੀਕਾਰੀ ਬਚਨ ਸੁਣੇ। ਉਹ ਹਜ਼ਾਰਾਂ ਲੋਕਾਂ ਦੀਆਂ ਬਾਹਾਂ ਜਿਹੜੀਆਂ ਨਾ ਜਿੱਥੇ ਸਨ ਉੱਥੇ ਰਹਿ ਗਈਆਂ, ਭਾਵ ਕਿ ਉਹ ਸਤਿਗੁਰੂ ਜੀ ਨੂੰ ਮਾਰ ਨਾ ਸਕੇ। ਉਹ ਸੁਣ ਹੋ ਕੇ ਖੜੇ ਹੋ ਗਏ। ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਇੰਨੇ ਵਿਸਮਾਦੀ ਅਵਸਥਾ ਚਲੇ ਗਏ, ਇੰਨੇ ਉਹ ਚਕਰਤ ਹੋ ਗਏ। ਅੱਜ ਵੀ ਆਪਾਂ ਕਈ ਵਾਰਾਂ ਬੜੀ ਜਜ਼ਬਾਤੀ ਹੁੰਦੇ ਆ, ਅੱਗੇ ਕੋਈ ਸਿਆਣਾ ਦਲੀਲ ਵਾਲਾ ਬੰਦਾ ਮਿਲ ਜੇ ਤਾਂ ਆਪਾਂ ਨਿਰੁੱਤਰ ਹੋ ਜਾਂਦੇ। ਸਾਡਾ ਐਨ ਗੁੱਸਾ ਜਿਹੜਾ ਠੰਡਾ ਹੋ ਜਾਂਦਾ। ਗੁਰੂ ਨਾਨਕ ਸਾਹਿਬ ਜੀ ਕੋ ਮਾਮੂਲੀ ਇਨਸਾਨ ਨਹੀਂ ਸਨ। ਗੁਰੂ ਨਾਨਕ ਸਾਹਿਬ ਜੀ ਮਹਾਨ ਗਿਆਨਵਾਨ ਸਨ। ਗੁਰੂ ਨਾਨਕ ਸਾਹਿਬ ਜੀ ਮਹਾਨ ਸੰਗੀਤਕਾਰ ਸਨ। ਗੁਰੂ ਨਾਨਕ ਸਾਹਿਬ ਜੀ ਆਪ ਪ੍ਰਭੂ ਦੇ ਪਿਆਰ ਜੁੜ ਕੇ ਅੰਦਰੋਂ ਆਤਮਿਕ ਤੌਰ ਤੇ, ਪੂਰਨ ਤੌਰ ਤੇ ਰੱਬੀ ਨੂਰ ਨਾਲ ਜਾਗਰਤ ਸਨ, ਸਰਸਾਰ ਸਨ। ਉਹ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੇ ਅੱਗੇ ਉਹਨਾਂ ਲੋਕਾਂ ਦੇ ਪੱਥਰ ਚੱਲ ਹੀ ਨਾ ਸਕੇ। ਉਹ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠ ਕੇ ਗੱਲਬਾਤ ਕਰਨ ਲਈ ਮਜਬੂਰ ਹੋਏ। ਚਰਚਾ ਸ਼ੁਰੂ ਹੋਈ, ਪੀਰ ਦਸਤਗੀਰ ਆਉਂਦਾ ਹੈ ਔਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਿਵੇਂ ਸੰਗੀਤ ਦੇ ਪ੍ਰਥਾਏ ਉਹਨਾਂ ਨੂੰ ਸਮਝਾਇਆ ਕਿ ਸੰਗੀਤ ਹੈ ਕੀ ਹੈ, ਤੁਸੀਂ ਇੰਨੀ ਨਫ਼ਰਤ ਕਰਦੇ ਹੋ ਸੰਗੀਤ ਨੂੰ। ਆਪਾਂ ਦੇਖਦੇ ਹਾਂ ਕਈ ਗੱਲਾਂ ਦੀ ਤਹਿ ਵਿੱਚ ਨਹੀਂ ਅਸੀਂ ਜਾਂਦੇ, ਬਾਹਰੀ ਅਰਥ ਲੈ ਕੇ ਆਪਾਂ ਉਹਦੇ ਸ਼ਰਧਾਲੂ ਜਾਂ ਉਹਦੇ ਵਿਰੋਧੀ ਬਣ ਜਾਂਦੇ ਹਾਂ, ਉਹਦੀ ਤਹਿ ਵਿੱਚ ਨਹੀਂ ਜਾਂਦੇ, ਉਹਨੂੰ ਸਮਝਦੇ ਨਹੀਂ ਕੀ ਚੀਜ਼ ਹੈ। ਬਹੁਤ ਸਾਰੀਆਂ ਗੱਲਾਂ ਸਾਡੇ ਸਮਾਜ ਵਿੱਚ ਵੀ ਨੇ ਜੋ ਉਹਦੀ ਤਹਿ 'ਚ ਨਹੀਂ ਜਾਂਦੇ, ਆਪਾਂ ਮੰਨੀ ਜਾਂਦੀ ਜਾਂ ਉਹਨਾਂ ਦਾ ਖੰਡਨ ਕਰੀ ਚਲੇ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਜੋ ਸੰਗੀਤ ਬਾਰੇ ਉਹਨਾਂ ਨੂੰ ਗਿਆਨ ਦਿੱਤਾ, ਗੁਰੂ ਨਾਨਕ ਸਾਹਿਬ ਜੀ ਨੇ ਜੋ ਪਰਮਾਤਮਾ ਦੀ ਜੋ ਬੇਅੰਤ ਰਚਨਾ ਹੈ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਇਹਦੇ ਬਾਰੇ ਜੋ ਚਰਚਾ ਕੀਤੀ, ਇਹ ਕੁਝ ਬਚਨ ਭਾਈ ਸੰਤੋਖ ਸਿੰਘ ਜੀ ਸਾਨੂੰ ਸੁਣਾ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੀ ਇਹ ਗਾਥਾ ਸਰਵਣ ਕਰੀਏ। ਮਹਾਨ ਸਤਿਗੁਰੂ ਜੀ ਦੀ ਇਹ ਗਾਥਾ ਸਰਵਣ ਕਰਨ ਦੇ ਲਈ ਮਨ ਚਿੱਤ ਕਰਕੇ ਇਕਾਗਰ ਹੁੰਦੇ ਆ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। श्री नानक श्री करतार सिबद में गावे, बस जय है मन बहुर कमावे। ਪੀਰ ਦਸਤਗੀਰ ਨੇ ਇੱਕ ਗੱਲ ਕਹੀ ਕਿ ਤੁਸੀਂ ਇੱਥੇ ਰਾਗ ਗਾਇਨ ਕੀਤਾ, ਸੰਗੀਤ ਮਨੁੱਖ ਦੇ ਮਨ 'ਚ ਚੰਚਲਤਾ ਪੈਦਾ ਕਰਦਾ ਹੈ। ਉਹ ਕਹਿੰਦੇ ਇਹ ਸੰਗੀਤ ਜਿਹੜਾ ਹੈ, ਕਿਉਂਕਿ ਇਹ ਸੰਗੀਤ ਲੋਕਾਂ ਦੀਆਂ ਨਜ਼ਰਾਂ 'ਚੋਂ ਇੰਨਾ ਡਿੱਗ ਚੁੱਕਾ ਸੀ, ਇਹ ਗਲਤ ਅੱਡਿਆਂ 'ਤੇ ਚਲੇ ਗਿਆ, ਵਾਸ਼ਨਾਵਾਂ ਦੇ ਥਾਵਾਂ 'ਤੇ ਚਲਿਆ ਗਿਆ, ਲੋਕੀ ਇਹਨੂੰ ਨਫ਼ਰਤ ਕਰਨ ਲੱਗ ਪਏ। ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀ ਕਿਰਪਾ ਕੀਤੀ, ਸੰਗੀਤ ਦੇ ਰਾਹੀਂ ਪ੍ਰਮਾਤਮਾ ਦੀ ਕੀਰਤੀ ਸ਼ੁਰੂ ਕਰ ਦਿੱਤੀ, ਇਹਨੂੰ ਮਹਾਨ ਬਣਾ ਦਿੱਤਾ। ਸਤਿਗੁਰੂ ਜੀ ਨੂੰ ਜਦੋਂ ਪੀਰ ਦਸਤਗੀਰ ਕਹਿੰਦਾ ਕਿ ਤੁਸੀਂ ਇਹ ਕੀ ਗਾ ਰਹੇ ਹੋ, ਰਾਗ ਦੀ ਗੱਲ ਕਰ ਰਹੇ ਹੋ, ਇੱਥੇ ਮਨਾ ਹੈ, ਤੇ ਸਤਿਗੁਰੂ ਜੀ ਨੇ ਕਿਹਾ ਕਿ ਦੇਖੋ ਅਸੀਂ ਰਾਗ ਦੇ ਰਾਹੀਂ ਪ੍ਰਮਾਤਮਾ ਦੀ ਸਿਫਤ ਕਰ ਰਹੇ ਹਾਂ, ਕਰਤਾਰ ਦੀ ਬੰਦਗੀ ਕਰ ਰਹੇ ਹਾਂ, ਤੇ ਪ੍ਰਮਾਤਮਾ ਦੀ ਬੰਦਗੀ ਜਿਹੜੀ ਹੈ ਸੰਗੀਤ ਰਾਹੀਂ ਕਰਕੇ ਜੇ ਮਨੁੱਖ ਦੇ ਅੰਦਰ ਵਸ ਜੇ, ਰੱਬ ਦਾ ਭਗਤ ਬਣ ਜੇ, ਤੇ ਉੱਥੇ ਵਾਸਨਾਵਾਂ ਕਿੱਥੋਂ ਆਉਣਗੀਆਂ। ਸਤਿਗੁਰੂ ਜੀ ਉਹਨੂੰ ਦੱਸ ਰਹੇ ਹਨ, सुने राग रस ले मन कारण, है तिस में हर नाम उचारण। ਪੀਰ ਜੀ ਅਸੀਂ ਤੇ ਰਾਗ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਉਚਾਰਨ ਕਰ ਰਹੇ ਹਾਂ, ਰਾਗ ਦੇ ਰਾਹੀਂ ਅਸੀਂ ਪ੍ਰਮਾਤਮਾ ਦੇ ਨਾਮ ਦਾ ਰਸ ਲੈ ਰਹੇ ਹਾਂ। ਸਤਿਗੁਰੂ ਜੀ ਨੇ ਇਹਨੂੰ ਸਮਝਾਇਆ ਸੀ
ਕਿ ਭਾਂਡੇ ਦਾ ਕੋਈ ਕਸੂਰ ਨਹੀਂ ਹੁੰਦਾ। ਭਾਂਡੇ ਦੇ ਵਿੱਚ ਤੁਸੀਂ ਕੀ ਪਾ ਕੇ ਪੀਣਾ ਹੈ, ਮਸਲਾ ਤੇ ਇਹ ਹੈ। ਤੁਸੀਂ ਉਹ 'ਚ ਜ਼ਹਿਰ ਪਾ ਕੇ ਪੀ ਲਓ, ਤੁਹਾਡੀ ਮਰਜ਼ੀ ਹੈ, ਉਹਦੇ ਨਾਲ ਭਾਂਡਾ ਮਾੜਾ ਥੋੜ੍ਹਾ ਹੋ ਗਿਆ। ਤੁਸੀਂ ਉਹ 'ਚ ਅੰਮ੍ਰਿਤ ਪਾ ਕੇ ਪੀ ਲਓ, ਇਹ ਤੁਹਾਡੀ ਮਰਜ਼ੀ ਹੈ। ਰਾਗ ਤਾਂ ਇੱਕ ਭਾਂਡਾ ਹੈ, ਉਹਦੇ ਰਾਹੀਂ ਤੁਸੀਂ ਕੀ ਲੋਕਾਂ ਨੂੰ ਵਰਤਾਉਣਾ, ਉਹਦੇ ਰਾਹੀਂ ਤੁਸੀਂ ਕੀ ਆਪ ਜਾਣਨਾ, ਇਹ ਤਾਂ ਤੁਹਾਡੀ ਮਰਜ਼ੀ ਹੈ ਨਾ। ਰਾਗ ਮਾੜਾ ਨਹੀਂ ਹੈ, ਰਾਗ ਦੇ ਰਾਹੀਂ ਪ੍ਰਮਾਤਮਾ ਦੀ ਸਿਫਤ ਕਰੋ ਤੁਸੀਂ। ਅਸੀਂ ਪ੍ਰਮਾਤਮਾ ਦੀ ਸਿਫਤ ਕਰ ਰਹੇ ਹਾਂ, ਕਰਤਾਰ ਦੀ ਬੰਦਗੀ ਕਰ ਰਹੇ ਹਾਂ। ਹਿਰਦੈ ਹੁਲਸਾ ਵਹਿ ਜਗਿਆਸੀ, ਰਚੈ ਸੰਗ ਸ਼੍ਰੀ ਪ੍ਰਭ ਅਬਿਨਾਸ਼ੀ। ਸੰਗੀਤ ਮਨੁੱਖ ਦੇ ਮਨ ਤੇ ਬਹੁਤ ਪ੍ਰਭਾਵ ਪਾਉਂਦਾ ਹੈ, ਮਨੁੱਖ ਦੇ ਮਨ ਤੇ ਹੀ ਨਹੀਂ। ਸੰਗੀਤ ਪੰਛੀਆਂ ਨੂੰ ਮੋਹਿਤ ਕਰ ਲੈਂਦਾ। ਬੜੀਆਂ ਕਥਾਵਾਂ ਨੇ। ਸ੍ਰੀ ਕ੍ਰਿਸ਼ਨ ਜੀ ਦੀ ਆਮ ਸ਼ਰਧਾਲੂ ਉਹਨਾਂ ਦੇ ਇਹ ਗਾਥਾ ਸੁਣਾਉਂਦੇ ਕਿ ਉਹਨਾਂ ਦੀ ਬੰਸਰੀ ਜਦੋਂ ਵੱਜਦੀ ਸੀ ਗਊਆਂ ਹੀ ਮੋਹਿਤ ਹੋ ਜਾਂਦੀ ਹੈ। ਸੰਗੀਤ ਸੀ ਨਾ। ਸੰਗੀਤ ਇੰਨਾ ਮਹਾਨ ਹੈ, ਮਨੁੱਖਾਂ ਨੂੰ ਤੇ ਪ੍ਰਭਾਵਿਤ ਕਰਦਾ ਹੀ ਹੈ, ਪਸ਼ੂਆਂ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਵੀਰ ਦੀ ਗੱਲ ਪੜ੍ਹ ਰਿਹਾ ਸਾਂ ਕਿ ਉਹਦੇ ਬਹੁਤ ਬਾਗ ਨੇ, ਉਹਨੇ ਬਾਗ ਦੇ ਵਿੱਚ ਸੰਗੀਤ ਲਾਇਆ ਤੇ ਜਿੱਥੇ ਜਿੱਥੇ ਸੰਗੀਤ ਵੱਜਦਾ ਸੀ ਉਹਨਾਂ ਬੂਟਿਆਂ ਦੇ ਫਲ ਹੀ ਬੜੇ ਮਿੱਠੇ ਹੁੰਦੇ ਸਨ। ਉਹਨੇ ਆਪਣੀਆਂ ਮੱਝਾਂ ਗਾਵਾਂ ਦੇ ਕੋਲ ਸੰਗੀਤ ਵੱਜਦਾ ਤੇ ਮੱਝਾਂ ਗਾਵਾਂ ਬੜੀਆਂ ਤੰਦਰੁਸਤ ਰਹਿੰਦੀਆਂ ਨੇ। ਸੰਗੀਤ ਦਾ ਅਸਰ ਪਸ਼ੂਆਂ ਤੇ ਪੈਂਦਾ, ਪ੍ਰਕਿਰਤੀ ਤੇ ਪੈਂਦਾ। ਸੰਗੀਤ ਮਹਾਨ ਹੈ, ਪਰ ਮਸਲਾ ਹੈ ਕਿ ਉਹ ਸੰਗੀਤ ਤੁਸੀਂ ਲੋਕਾਂ ਨੂੰ ਦੇਣਾ ਕਿਹੋ ਜਿਹਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਸ ਸੰਗੀਤ ਨੂੰ ਸੁਣ ਕੇ ਮਨੁੱਖ ਦੇ ਅੰਦਰ ਇੱਕ ਹੁਲਾਸ ਪੈਦਾ ਹੁੰਦਾ ਹੈ। ਸੰਗੀਤ ਜਿਹੜਾ ਹੈ ਤੇ ਕੁਦਰਤ ਵਿੱਚ ਰਮਿਆ ਹੋਇਆ। ਇਹ ਜਿਹੜੀਆਂ ਸੁਰਾਂ ਨੇ, 7 ਸੁਰਾਂ ਨੇ, ਇਹ ਪ੍ਰਕਿਰਤੀ ਚੋਂ ਕੱਢੀਆਂ ਨੇ, ਦਾਨੀਆਂ ਨੇ, ਸੂਝਵਾਨਾਂ ਨੇ ਪ੍ਰਕਿਰਤੀ ਚੋਂ ਕੱਢੀਆਂ ਨੇ। ਸੰਗੀਤ ਮਨੁੱਖ ਨੇ ਨਹੀਂ ਬਣਾਇਆ, ਸੰਗੀਤ ਤੇ ਪ੍ਰਮਾਤਮਾ ਨੇ ਬਣਾਇਆ। ਕਦੀ ਇਕਾਂਤ 'ਚ ਬੈਠ ਕੇ, ਜੰਗਲ 'ਚ ਬੈਠ ਕੇ, ਬੂਟਿਆਂ ਦੇ ਕੋਲ ਜਦੋਂ ਹਵਾਵਾਂ ਵਗਦੀਆਂ ਹੁਣ ਉਦੋਂ ਆਵਾਜ਼ਾਂ ਸੁਣੋ। ਸੰਗੀਤ ਤੇ ਉੱਥੇ ਭਰਿਆ ਪਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੰਗੀਤ ਜਿਹੜਾ ਹੈ ਇਹ ਮਨੁੱਖ ਦੇ ਅੰਦਰ ਇੱਕ ਹੁਲਾਸ ਪੈਦਾ ਕਰਦਾ ਹੈ, ਮਨੁੱਖ ਦੇ ਅੰਦਰ ਇੱਕ ਚਾਅ ਪੈਦਾ ਕਰਦਾ ਹੈ। ਕਲ ਮੈਂ ਹੋਦ ਬਾਏ ਨਾ ਔਰੈ, ਕੀਰਤ ਕਰੇ ਉਤਰੈ ਕਰੋ ਰੇ। ਕਲ ਦਾ ਅਰਥ ਹੁੰਦਾ ਵੈਸੇ ਕਲਯੁਗ ਆਪਾਂ ਕਹਿੰਦੇ ਆ, ਪਰ ਕਲਯੁਗ ਦਾ ਅਰਥ ਕਿਸੇ ਸਨੀਅਤ ਸਮੇਂ ਨਾਲ ਨਹੀਂ ਹੈ ਕਿ ਇਹ ਸਮਾਂ ਕਲਯੁਗ ਦਾ ਹੈ, ਇਹ ਸਮਾਂ ਸਤਯੁਗ ਦਾ ਹੈ। ਠੀਕ ਹੈ, ਜਿਵੇਂ ਆਪਾਂ ਦਿਨ ਬਣਾਏ ਨੇ, ਜਿਵੇਂ ਮਹੀਨੇ ਬਣਾਏ ਨੇ, ਇਵੇਂ ਸਮੇਂ ਨੂੰ ਜਾਣਨ ਦੇ ਲਈ 4 ਯੁਗਾਂ 'ਚ ਵੰਡਿਆ ਗਿਆ। ਸਮੇਂ ਨੂੰ 4 ਨਾਂ ਰੱਖੇ ਗਏ ਨੇ ਸਮੇਂ ਦੇ। ਸਤਯੁਗ ਹੈ, ਦੁਆਪਰ, ਤ੍ਰੇਤਾ, ਕਲਯੁਗ ਹੈ। ਪਰ ਇਹਦਾ ਇਹ ਮਤਲਬ ਨਹੀਂ ਕਿ ਸਤਯੁਗ ਦੇ ਲੋਕ ਬੜੇ ਭਗਤ ਸਨ ਤੇ ਕਲਯੁਗ ਦੇ ਲੋਕ ਬੜੇ ਮਾੜੇ ਨੇ। ਇਹ ਮਤਲਬ ਬਿਲਕੁਲ ਨਹੀਂ ਹੈ। ਇਹਦਾ ਇਹ ਮਤਲਬ ਨਹੀਂ ਹੈ ਕਿ ਸਤਯੁਗ ਦੇ ਲੋਕਾਂ ਦਾ ਰੱਬ ਨੂੰ ਮੰਨਣ ਦਾ ਤਰੀਕਾ ਕੋਈ ਹੋਰ ਸੀ ਤੇ ਹੁਣ ਕੋਈ ਹੋਰ ਹੈ ਤੇ ਇਸ ਤਰੀਕੇ ਨਾਲ ਬੰਦਗੀ ਕਰਦੇ ਸਨ, ਇਸ ਤਰੀਕੇ ਨਾਲ। ਇਹ ਕਦਾਚਿਤ ਨਹੀਂ ਹੈ। ਗੁਰਬਾਣੀ ਨੇ ਇਸ ਚੀਜ਼ ਨੂੰ ਬਿਲਕੁਲ ਰਿਜੈਕਟ ਕਰ ਦਿੱਤਾ। ਗੁਰਬਾਣੀ ਨਹੀਂ ਇਹ ਗੱਲ ਮੰਨਦੀ। ਗੁਰਬਾਣੀ ਕਹਿੰਦੀ ਹੈ ਉਹੀ ਚੰਦਰਮਾ ਉਦੋਂ ਸੀ, ਉਹੀ ਧਰਤੀ ਉਦੋਂ ਸੀ, ਉਹੀ ਹਵਾ ਹੋ ਸੀ, ਹੁਣ ਵੀ ਉਹੀ। ਤੇ ਉਦੋਂ ਧਰਮ ਵੱਖਰਾ ਕਿਉਂ ਹੋਇਆ ਮਨੁੱਖ ਦਾ? ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਯਰ ਤਬ ਤਰਹਿ, ਸਾ ਧਰਤੀ ਸਾ ਪਵਨ ਚਲਾਰੇ, ਜੋਗ ਜੀਵ ਬੈਠੇ ਥਾਮ ਕੈਸੇ, ਜੀਵਨ ਤਲਬ ਨਿਵਾਰ। ਸਤਿਗੁਰੂ ਜੀ ਕਹਿੰਦੇ ਉਹੀ ਚੰਦਰਮਾ, ਉਹੀ ਧਰਤੀ, ਉਹੀ ਆਕਾਸ਼, ਉਹੀ ਸਭ ਕੁਝ ਹੁਣ ਵੀ ਉਹੀ। ਤੇ ਉਦੋਂ ਧਰਮ ਵੱਖਰਾ ਕਿਉਂ ਹੈ ਭਲਾ? ਧਰਮ ਹਮੇਸ਼ਾ ਮਨੁੱਖ ਦਾ ਇੱਕੋ ਹੀ ਰਿਹਾ। ਧਰਮ ਵੱਖਰਾ ਵੱਖਰਾ ਨਹੀਂ ਹੈ ਕਿ ਹਿੰਦੂ ਦਾ ਧਰਮ ਕੋਈ ਹੋਰ ਹੈ, ਮੁਸਲਮਾਨ ਦਾ ਧਰਮ ਕੋਈ ਹੋਰ ਹੈ, ਜਾਂ ਫਲਾਣੇ ਸਮੇਂ ਦੇ ਲੋਕਾਂ ਦਾ ਧਰਮ ਕੋਈ ਹੋਰ ਸੀ ਤੇ ਹੁਣ ਦੇ ਸਮੇਂ ਦੇ ਲੋਕਾਂ ਦਾ ਧਰਮ ਹੋਰ ਹੈ। ਧਰਮ ਦਾ ਅਰਥ ਹੁੰਦਾ ਜ਼ਿੰਦਗੀ ਦਾ ਫਰਜ਼, ਸੁੱਖ ਮਾਨਣ ਦਾ ਤਰੀਕਾ। ਧਰਮ ਦਾ ਅਰਥ ਹੈ ਕਿ ਗੁਣ, ਉਹ ਗੁਣ ਜਿਨ੍ਹਾਂ ਨੂੰ ਧਾਰਨ ਕਰਕੇ ਮਨੁੱਖ ਜ਼ਿੰਦਗੀ ਅੰਦਰ ਸੁਖੀ ਹੋ ਜਾਂਦਾ ਹੈ। ਧਰਮ ਦਾ ਅਰਥ ਇਹ ਹੈ। ਤੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਪੂਰਾ ਥਾਟ ਬਣਾਇਆ ਪੂਰੇ ਵੇਖੋ ਏਕ ਸਮਾਨਾ, ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਪਰਮਾਤਮਾ ਨੇ ਇਹ ਰਚਨਾ ਮੁਕੰਮਲ ਬਣਾਈ ਹੈ। ਇਹਦੇ ਵਿੱਚ ਇੱਕੋ ਹੀ ਨਿਯਮ ਬਣਾਇਆ ਹੈ ਕਿ ਜਦੋਂ ਵੀ ਜਿੱਥੇ ਵੀ ਬੰਦਾ ਪਰਮਾਤਮਾ ਦੇ ਪਿਆਰ ਜੁੜੇਗਾ ਉਹ ਜ਼ਿੰਦਗੀ ਅੰਦਰ ਸੁਖੀ ਹੋ ਜਾਏਗਾ। ਗੱਲ ਕਲਯੁਗ ਦੀ ਚੱਲ ਰਹੀ। ਕਲਯੁਗ ਹੈ ਕੀ ਹੈ? ਕਲਯੁਗ ਸਮੇਂ ਦਾ ਨਾਂ ਤੇ ਰੱਖਿਆ ਹੀ ਹੈ, ਪਰ ਜਿਸ ਕਲਯੁਗ ਦੀ ਇਹ ਚਰਚਾ ਹੈ ਉਹ ਕਲਯੁਗ ਕੀ ਹੈ? ਮਨੁੱਖ ਅੰਦਰੋਂ ਝੂਠ ਨਾਲ ਭਰਿਆ ਹੋਏ, ਮਨੁੱਖ ਜਿਹੜਾ ਜ਼ੁਲਮ ਦੇ ਵਿਰੁੱਧ ਬੋਲ ਨਾ ਸਕੇ, ਜ਼ੁਲਮ ਵਾਪਰੇ, ਇਹਨੂੰ ਕਲਯੁਗ ਕਹਿੰਦੇ ਆਪਾਂ। ਕਹਿੰਦੇ ਤੇ ਕਲਯੁਗ ਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਜੇ ਕੋ ਸਤ ਕਰੇ ਸੋ ਸੀਜੇ, ਸਤ ਤਪ ਕਰ ਤਪ ਨਾ ਹੋਈ, ਜੇ ਕੋ ਨਾਉ ਲਏ ਬਦਨਾਮੀ, ਕਲ ਕੇ ਲੱਖਣ ਇਹੀ। ਕਲਯੁਗ ਦੇ ਲੱਛਣ ਕੀ ਨੇ? ਬੰਦਾ ਸੱਚ ਬੋਲੇ ਤੇ ਉਹਨੂੰ ਮੀਡੀਆ ਰੱਜ ਕੇ ਝੂਠਿਆਂ ਬਣਾ ਦੇਵੇ। ਇਹ ਕਲਯੁਗ ਹੀ ਹੈ। ਇਹਦੋਂ ਵੱਡਾ ਕਲਯੁਗ ਹੀ ਹੋਣਾ। ਸੱਚ ਨੂੰ ਝੂਠ ਬਣਾਉਣਾ ਜਾਣਦਾ ਮੀਡੀਆ,
ਝੂਠ ਨੂੰ ਸੱਚ ਬਣਾਉਣਾ ਜਾਣਦਾ ਮੀਡੀਆ। ਸਮਾਜ ਦੇ ਡਿੱਗਣ ਦਾ ਕਾਰਨ, ਕਿਸੇ ਮੁਲਕ ਦੇ ਪਤਨ ਦਾ ਕਾਰਨ ਇੱਥੋਂ ਸ਼ੁਰੂ ਹੁੰਦਾ ਹੈ। ਜਦੋਂ ਮੀਡੀਆ ਝੂਠ ਬੋਲੇ, ਲੋਕਾਂ ਦੇ ਸਾਹਮਣੇ ਸੱਚ ਨਾ ਆਏ, ਸਮਝੋ ਕਿ ਮੁਲਕ ਜਾਂ ਉਹ ਸਮਾਜ ਗਰਕਣ ਵਾਲੇ ਬੰਨੇ ਤੁਰਿਆ। ਮਤਾਂ ਸੋਚੋ ਕਿ ਵਿਕਾਸ ਕਰ ਰਿਹਾ। ਵਿਕਾਸ ਇੱਕ ਭਰਮ ਹੈ, ਉਹ ਵਿਨਾਸ਼ ਵੱਲ ਜਾ ਰਿਹਾ। ਜਿਸ ਕੌਮ ਜਾਂ ਜਿਸ ਸਮਾਜ ਅੰਦਰ ਝੂਠ ਨੂੰ ਸੱਚ ਬਣਾ ਕੇ ਪੇਸ਼ ਕੀਤਾ ਜਾਏ, ਔਗਣਾਂ ਨੂੰ ਗੁਣ ਬਣਾ ਕੇ ਪੇਸ਼ ਕੀਤਾ ਜਾਏ, ਉਹ ਸਮਾਜ, ਉਹ ਮੁਲਕ ਅੱਜ ਵੀ ਡੁੱਬਾ, ਉਹ ਕੱਲ ਵੀ ਡੁੱਬਾ। ਉਹਨੂੰ ਕੋਈ ਤਾਕਤ ਨਹੀਂ ਬਚਾ ਸਕਦੀ। ਪੈਸਾ ਨਹੀਂ ਬਚਾਉਂਦਾ ਹੁੰਦਾ, ਚਲਾਕੀਆਂ ਨਹੀਂ ਬਚਾਉਂਦੀਆਂ ਹੁੰਦੀਆਂ। ਇਹ ਜਦੋਂ ਵੀ ਧਰਤੀ ਚੱਲਣੀ ਹੈ, ਧਰਤੀ ਕਾਹਦੇ ਆਸਰੇ ਤੇ ਖੜੀ ਹੈ? ਧਰਤੀ ਨੂੰ ਕਿਸੇ ਬਲਦ ਨੇ ਨਹੀਂ ਚੱਕਿਆ। ਧੌਲ, ਧਰਮ, ਦਇਆ ਕਾ ਪੂਤ, ਇਹ ਸੰਤੋਖ ਥਾਪ ਰੱਖਿਆ ਜਿਨ ਸੂਤ। ਇਹ ਕੁਦਰਤੀ ਵਿਧਾਨ ਹੈ। ਧਰਤੀ ਦਇਆ ਦੇ ਆਸਰੇ ਤੇ ਖੜੀ ਹੈ, ਧਰਮ ਦੇ ਆਸਰੇ ਤੇ ਖੜੀ ਹੈ, ਸੰਤੋਖ ਦੇ ਆਸਰੇ ਤੇ ਖੜੀ ਹੈ। ਇਹ ਮਨੁੱਖਤਾ ਇਹਨਾਂ ਰੱਬੀ ਗੁਣਾਂ ਦੇ ਆਸਰੇ ਤੇ ਚੱਲ ਰਹੀ ਹੈ। ਮੈਂ ਬੇਨਤੀ ਕਰ ਰਿਹਾ, ਕਲਯੁਗ ਕੀ ਹੈ? ਕਲਯੁਗ ਹੈ ਜਦੋਂ ਅਗਿਆਨਤਾ, ਔਗਣ, ਵਿਕਾਰ, ਬੁਰਾਈਆਂ ਪਸਰਨੀਆਂ ਸ਼ੁਰੂ ਹੋ ਜਾਣ। ਸਮਝੋ ਕਲਯੁਗ ਚੱਲ ਰਿਹਾ। ਤੇ ਇਹੋ ਜਿਹੇ ਕਲਯੁਗ ਵਿੱਚ ਬੰਦਾ ਜਦੋਂ ਘਿਰ ਜਾਏ, ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਕਲ ਕਾਤੀ ਰਾਜੇ ਕਸਾਈ ਧਰਮ ਪੰਕਰ ਉੱਡ ਰਿਹਾ, ਕੂੜ ਅਮਾਵ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ, ਹੋਂ ਭਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ, ਕਹੋ ਨਾਨਕ ਕਿਨ ਬਿਦ ਗਤ ਹੋਈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਇਹ ਸ਼ਲੋਕ ਅੰਕਿਤ ਹੈ, ਇਹਨੂੰ ਧਿਆਨ ਦੇ ਨਾਲ ਪੜ੍ਹਿਓ ਤੁਸੀਂ। ਇਹਦੇ ਨਾਲ ਇੱਕ ਸ਼ਲੋਕ ਉਚੇਚੇ ਤੌਰ ਤੇ ਅੰਕਿਤ ਕੀਤਾ ਗਿਆ ਹੈ, ਉਹ ਹੈ ਕਲ ਕੀਰਤ ਪ੍ਰਗਟ ਚਾਨਣ। ਸਤਿਗੁਰੂ ਜੀ ਨੇ ਜਿੱਥੇ ਕਿਹਾ ਕਲ ਕਾਤੀ, ਕਲਯੁਗ ਦੇ ਜਿਹੜੇ ਰਾਜੇ ਨੇ ਉਹ ਕਸਾਈ ਬਣ ਗਏ ਨੇ। ਕਲਯੁਗੀ ਸੁਭਾਅ ਜਿਹੜਾ ਇਹ ਕਾਤੀ ਦਾ ਅਰਥ ਹੁੰਦਾ ਕੈਂਚੀ, ਕੱਟਣ ਵਾਲਾ, ਛੁਰੀ ਕਹਿ ਲਓ ਜਾਂ ਕੈਂਚੀ ਕਹਿ ਲਓ। ਕਲ ਕਾਤੀ ਰਾਜੇ ਕਸਾਈ, ਕਿ ਦੁਨਿਆਵੀ ਰਾਜੇ ਕਸਾਈ ਬਣ ਗਏ ਨੇ। ਉਹਨਾਂ ਦਾ ਕਲਯੁਗੀ ਸੁਭਾਅ ਜਿਹੜਾ ਇਹ ਕੈਂਚੀ ਦੀ ਨਿਆਈ ਲੋਕਾਂ ਨੂੰ ਕੱਟ ਰਿਹਾ, ਲੋਕਾਂ ਦੇ ਹੱਥਾਂ ਨੂੰ ਤਬਾਹ ਕਰ ਰਿਹਾ। ਧਰਮ ਪੰਕਰ ਉੱਡ ਰਿਹਾ, ਧਰਮ ਖੰਭ ਲਾ ਕੇ ਉੱਡ ਗਿਆ। ਭਾਵ ਉਹਨਾਂ ਚੋਂ ਇਨਸਾਨੀਅਤ, ਉਹਨਾਂ ਚੋਂ ਨੈਤਿਕਤਾ ਖਤਮ ਹੋ ਚੁੱਕੀ ਹੈ। ਉਹਨਾਂ 'ਚ ਕੋਈ ਈਮਾਨ ਨਹੀਂ ਰਹਿ ਗਿਆ, ਕੋਈ ਮਨੁੱਖਤਾ ਦੇ, ਆਪਣੀ ਪ੍ਰਜਾ ਦੇ ਪ੍ਰਤੀ ਕੋਈ ਉਹਨਾਂ ਦਾ ਪਿਆਰ ਨਹੀਂ ਰਹਿ ਗਿਆ। ਰਾਜੇ ਪ੍ਰਜਾ ਦੀ ਮਾਂ ਹੋਇਆ ਕਰਦੇ ਨੇ। ਜਿਹੜੇ ਰਾਜੇ ਪ੍ਰਜਾ ਦੇ ਨਾਲ ਹੀ ਜਿੱਦ ਕਰਕੇ ਬੈਠ ਜਾਣ, ਪ੍ਰਜਾ ਦੇ ਨਾਲ ਵਿਤਕਰਾ ਕਰਨ, ਉਹ ਰਾਜੇ ਹੋ ਹੀ ਨਹੀਂ ਸਕਦੇ। ਉਹ ਜ਼ਾਲਮ ਰਾਜਿਆਂ ਦੇ ਨਾਲ ਇਤਿਹਾਸ ਪੜ੍ਹਿਆ ਪਿਆ ਆਪਾਂ ਦੇਖਦੇ ਹਾਂ। ਤੇ ਉਹਨਾਂ ਦਾ ਜੋ ਹਸਰ ਹੁੰਦਾ ਉਹ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਇਹੋ ਜਿਹੀਆਂ ਹਕੂਮਤਾਂ ਦਾ ਜੋ ਹਸਰ ਹੁੰਦਾ ਹੈ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਬਾਬਾ ਜੀ ਨੇ ਉਸ ਵੇਲੇ ਦੇ ਰਾਜਤੰਤਰ ਨੂੰ ਚੰਗੀ ਤਰ੍ਹਾਂ ਵਾਚਿਆ। ਉਹਦਾ ਸਤਿਗੁਰੂ ਜੀ ਨੇ ਸਾਨੂੰ ਇੱਕ ਮਾਡਲ ਜਿਹੜਾ ਸੀ ਗੁਰਬਾਣੀ 'ਚ ਦੱਸ ਦਿੱਤਾ ਕਿ ਕੀ ਸੀ ਰਾਜਤੰਤਰ। ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਕਿ ਇਹ ਰਾਜੇ ਕਸਾਈ ਬਣ ਗਏ। ਔਰ ਇਹਨਾਂ ਦਾ ਸੁਭਾਅ ਜਿਹੜਾ ਹੈ ਨਾ, ਇੱਕ ਕੈਂਚੀ ਦੀ ਨਿਆਈ ਹੈ, ਲੋਕਾਂ ਨੂੰ ਕੱਟਣ ਦੇ ਲਈ, ਵੱਢਣ ਦੇ ਲਈ। ਧਰਮ ਨਾਂ ਦੀ ਚੀਜ਼ ਤੇ ਇਹਨਾਂ 'ਚੋਂ ਖੰਭ ਲਾ ਕੇ ਉੱਡ ਗਈ ਹੈ। ਉਹ ਇਹ ਠੀਕ ਹੈ, ਬਾਹਰੋਂ ਭੇਖ ਧਾਰਮਿਕ ਹੈ। ਧਰਮ ਦਾ ਅਰਥ ਹੈ ਇਨਸਾਨੀਅਤ, ਮਨੁੱਖੀ ਗੁਣ, ਰੱਬੀ ਗੁਣ। ਕੂੜ ਅਮਾਵਸ ਸੱਚ ਚੰਦਰਮਾ, ਚਾਰ ਸਵੇਰੇ ਕੂੜ ਦੀ ਮਸਿਆਈ ਛਾਈ ਪਈ ਹੈ, ਸੱਚ ਦਾ ਚੰਦਰਮਾ ਅਲੋਪ ਹੋ ਗਿਆ, ਦਿਸੇ ਨਾ ਹੀ ਕਹਿ ਚੜਿਆ। ਲੱਭਦਾ ਹੀ ਨਹੀਂ ਕਿੱਥੇ ਸੱਚ। ਸੱਚ ਲੱਭਣਾ ਹੀ ਬੜਾ ਔਖਾ। ਹਾਂ, ਝੂਠ ਨੂੰ ਸੱਚ ਬਣਾ ਕੇ ਤੁਹਾਨੂੰ ਪਰੋਸਿਆ ਜਾ ਰਿਹਾ। ਬਣਾਉਟੀ ਚੀਜ਼ਾਂ ਨਹੀਂ ਵਿਕਦੀਆਂ, ਮਠਿਆਈਆਂ ਬਣਾਉਟੀ ਮਿਲ ਜਾਂਦੀਆਂ ਨੇ, ਹਰ ਚੀਜ਼ ਬਣਾਉਟੀ ਵਿਕ ਰਹੀ ਹੈ। ਹੁਣ ਤੇ ਚਿੰਤਾ ਨਾ ਕਰੋ, ਕਣਕ ਬਣਾਉਟੀ ਆਉਣੀ ਵਾਲੀ ਹੈ। ਜੋ ਹਕੂਮਤਾਂ ਨੇ ਸੋਚ ਲਿਆ ਇਸ ਵੇਲੇ ਕਿ ਇਹ ਜ਼ਿਮੀਂਦਾਰਾਂ ਦੀ ਲੋੜ ਨਹੀਂ, ਅਸੀਂ ਕਣਕ ਵੀ ਫੈਕਟਰੀਆਂ 'ਚ ਬਣਾ ਲਿਆ ਕਰਾਂਗੇ। ਆ ਗਿਆ ਬਹੁਤ ਕੁਝ, ਨਕਲੀ ਚੌਲ ਆ ਗਏ ਨੇ, ਉਹ ਆਉਣਗੀਆਂ, ਬਿਮਾਰੀਆਂ ਵਧਣਗੀਆਂ। ਉਹਨਾਂ ਲੋਕਾਂ ਨੇ ਇੱਕ, ਪੂੰਜੀਪਤੀਆਂ ਲੋਕਾਂ ਨੇ ਇੱਕ ਟੀਚਾ ਮਿਥ ਲਿਆ ਕਿ ਇੰਨੀ ਕੁ ਆਬਾਦੀ ਆਪਾਂ ਸੰਸਾਰ ਦੀ ਘਟਾਉਣੀ ਹੈ ਤੇ ਥੋੜ੍ਹੀ ਜਿਹੀ ਰੱਖਣੀ ਹੈ, ਤੇ ਬਾਕੀ ਲੋਕਾਂ ਨੂੰ ਨਕਲੀਆਂ ਚੀਜ਼ਾਂ ਖਵਾ ਖਵਾ ਕੇ ਬਿਮਾਰੀਆਂ ਦਾ ਘਰ ਬਣਾ ਕੇ ਮਾਰੀ ਜਾਓ। ਇਹ ਉਹਨਾਂ ਦਾ ਟੀਚਾ ਹੈ। ਨਕਲੀ ਚੌਲ ਆ ਗਏ, ਨਕਲੀ ਕਣਕ ਆਏਗੀ ਫੈਕਟਰੀਆਂ 'ਚ ਬਣ ਕੇ। ਤੁਸੀਂ ਦੇਖਦੇ ਨਕਲੀ ਪਨੀਰ ਵਿਕਦਾ ਹੈ, ਨਕਲੀ ਖੋਆ ਵਿਕਦਾ ਹੈ, ਨਕਲੀ ਦੁੱਧ ਵਿਕਦਾ ਹੈ। ਇਹ ਕੁਝ ਵੀ ਆ ਰਿਹਾ ਹੈ। ਧਰਮ ਪੰਕਰ ਉੱਡ ਰਿਹਾ, ਕੂੜ ਅਮਾਵ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ, ਹੋਂ ਭਾਲ ਵਿਕੁੰਨੀ ਹੋਈ ਅੰਧੇਰੇ ਰਾਹੋ ਨਾ ਕੋਈ, ਕਹੋ ਨਾਨਕ ਕਿਨ ਬਿਦ ਗਤ ਹੋਈ। ਸਤਿਗੁਰੂ ਜੀ ਕਹਿੰਦੇ ਕਿ ਇਹਨਾਂ ਦੁੱਖਾਂ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ, ਇਹ ਬੁਰਾਈਆਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ, ਕਲਯੁਗ ਦੇ ਹਨੇਰੇ ਤੋਂ ਮੁਕਤੀ ਕਿਵੇਂ ਮਿਲ ਸਕਦੀ। ਤੇ ਇਹ ਜਦੋਂ ਤੁਸੀਂ ਬਾਣੀ ਪੜ੍ਹੋਗੇ, ਸ਼ਾਇਦ ਮਾਝ ਰਾਗ ਵਿੱਚ ਇਹ ਗੁਰੂ ਕਾ ਬਚਨ ਹੈ, ਉੱਥੇ ਨਾਲ ਇੱਕ ਸ਼ਲੋਕ, ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ। ਇਹੋ ਜਿਹੇ ਸਮੇਂ 'ਚ ਇੱਕੋ ਇੱਕ ਤਰੀਕਾ ਹੈ ਪਰਮਾਤਮਾ ਦੀ ਕੀਰਤੀ। ਤੁਸੀਂ ਕਹੋਗੇ ਕੀਰਤੀ ਕੀਤੀਆਂ ਕਿਵੇਂ ਬਚ ਜਾਵਾਂਗੇ? ਕੀਰਤੀ ਦਾ ਅਰਥ ਘਰ-ਬਾਰ ਛੱਡਣ ਤੋਂ ਨਹੀਂ ਹੈ। ਕੀਰਤੀ ਦਾ ਅਰਥ ਹੈ
ਜ਼ਿੰਦਗੀ 'ਚ ਪ੍ਰਮਾਤਮਾ ਦੇ ਪਿਆਰ ਜੁੜ ਕੇ ਕੋਈ ਰੱਬੀ ਗੁਣਾਂ ਦੇ ਧਾਰਨੀ ਬਣ ਜਾਓ। ਜੇ ਰੱਬੀ ਗੁਣ ਗ੍ਰਹਿਣ ਕਰਨੇ ਨੇ ਫਿਰ ਪ੍ਰਮਾਤਮਾ ਦੀ ਕੀਰਤੀ ਕਰੋ। ਸਾਨੂੰ ਸਾਡੇ ਸਤਿਗੁਰੂ ਜੀ ਨੇ ਜ਼ਿੰਦਗੀ 'ਚ ਪਰਮ ਪਦਵੀ ਪ੍ਰਾਪਤ ਕਰਨ ਦੇ ਲਈ ਸਭ ਤੋਂ ਵੱਡੀ ਦਾਤ ਦਿੱਤੀ ਹੈ ਕੀਰਤਨ ਦੀ, ਵਾਹਿਗੁਰੂ ਜੀ ਦੀ ਸਿਫਤ ਸਲਾਹ ਦੀ। ਕਹੋ ਨਾਨਕ ਪ੍ਰਗਟ ਚਾਨਣ ਸੰਸਾਰ, ਇਹ ਮਨੁੱਖ ਦੇ ਅੰਦਰ ਚਾਨਣ ਕਰ ਸਕਦੀ ਹੈ, ਮਨੁੱਖ ਦੇ ਅੰਦਰ ਸੱਚ ਨਾਲ ਜੁੜਨ ਦੀ ਹਿੰਮਤ ਪੈਦਾ ਕਰ ਸਕਦੀ ਹੈ, ਇਹ ਮਨੁੱਖ ਦੇ ਅੰਦਰੋਂ ਝੂਠ ਦੇ ਬੱਦਲਾਂ ਨੂੰ ਕੱਢ ਸਕਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਦੇ ਨਾਲ ਦੁਨੀਆ ਜਿੱਤੀ ਹੈ। ਬਗਦਾਦ 'ਚ ਗਏ ਕੀਰਤਨ ਹੀ ਕੀਤਾ, ਬਾਬਾ ਜੀ ਕੋਲ ਕੋਈ ਤਲਵਾਰ ਨਹੀਂ ਸੀ। ਮੱਕੇ ਗਏ ਸਤਿਗੁਰੂ ਜੀ ਨੇ ਕੀਰਤਨ ਦੇ ਨਾਲ, ਗਿਆਨ ਦੇ ਨਾਲ ਲੋਕਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜੀ ਕੀਰਤੀ ਹੈ ਨਾ, ਅਸੀਂ ਜੋ ਕੀਰਤਨ ਕੀਤਾ ਹੈ, ਇਹ ਹੈ ਕੀਰਤ ਕਰ ਇਉਂ ਤੱਕ ਹੈ ਕਰੇਰੇ। ਇਸ ਤਰੀਕੇ ਨਾਲ ਕੀਰਤਨ ਕਰਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਇਸ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਉਪਾਅ ਹੈ ਇਹਨਾਂ ਦੁੱਖਾਂ ਤੋਂ ਬਚਣ ਦਾ। ਕਲ ਮੈਂ ਹੋਤ ਉਪਾਉ ਨਾ ਔਰੇ, ਹੋਰ ਕੋਈ ਸਾਧਨ ਨਹੀਂ ਹੈ ਇਹੋ ਜਿਹੇ ਹਨੇਰ ਵਾਲੇ ਸਮੇਂ ਦੇ ਵਿੱਚ ਹਨੇਰੇ ਤੋਂ ਬਚਣ ਦਾ। ਯਾਦੇ ਰਾਗ ਰੀਤ ਹਮ ਕੀਨੀ, ਰਾਸੇਤ ਸਿਫਤ ਜਾਏ ਮਤ ਭੀਨੀ। ਇਸ ਕਰਕੇ ਪੀਰ ਜੀ ਤਾਂ ਅਸੀਂ ਰਾਗ ਦੀ ਗੱਲ ਕੀਤੀ। ਤੁਸੀਂ ਉਵੇਂ ਕੋਈ ਗੱਲ ਕਰੋ, ਦੇਖੋ ਇਕੱਲਾ ਬੰਦਾ ਬੋਲੇ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਜਦੋਂ ਕੋਈ ਗਾਇਨ ਕਰਦਾ ਕੋਈ ਚੀਜ਼, ਦੇਖੋ ਨਾ ਗਾਉਣ ਵਜਾਉਣ ਵਾਲੇ ਨੂੰ ਕਿੰਨਾ ਲੋਕੀ ਚਾਅ ਦੇ ਨਾਲ ਸੁਣਦੇ ਨੇ। ਇਹ ਗੱਲ ਵੱਖਰੀ ਕਿ ਉਹ ਕੀ ਗਾਉਂਦੇ ਨੇ, ਲੋਕਾਂ ਨੂੰ ਕੀ ਦਿੰਦੇ ਨੇ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ। ਲੈਨ ਮਾਰਕਸ ਨੇ ਇਹ ਗੱਲ ਕਹੀ ਹੈ ਕਿ ਮੈਂ ਤੁਹਾਨੂੰ ਦੱਸ ਸਕਦਾ ਕਿ ਤੁਹਾਡਾ ਸਮਾਜ ਜਾਂ ਤੁਹਾਡੇ ਬੱਚਿਆਂ ਦਾ ਭਵਿੱਖ ਕੀ ਹੈ। ਉਹ ਕਹਿੰਦਾ ਭਵਿੱਖ ਹੈ ਕਿ ਜੋ ਬੱਚੇ ਤੁਹਾਡੇ ਸੁਣਦੇ ਨੇ ਉਹੀ ਭਵਿੱਖ ਬਣਨਾ ਹੈ। ਜੋ ਸਾਡੇ ਕਲਾਕਾਰ ਸੰਗੀਤ ਦੇ ਰਾਹੀਂ ਸਮਾਜ ਨੂੰ, ਬੱਚਿਆਂ ਨੂੰ ਸੁਣਾਉਂਦੇ ਨੇ, ਉਹ ਸਾਡਾ ਫਿਊਚਰ ਹੈ। ਤੇ ਸਾਡੇ ਕਲਾਕਾਰ ਕੀ ਸੁਣਾਉਂਦੇ ਨੇ? ਨਸ਼ਿਆਂ ਦੀਆਂ ਗੱਲਾਂ, ਜੱਟ ਸ਼ਰਾਬੀ ਆ ਗਿਆ, ਜੱਟ ਲੜਾਖਾ ਆ ਗਿਆ, ਇਹੀ ਕੋਈ ਸੁਣਾਉਂਦੇ ਨੇ। ਤੇ ਜਾਂ ਹੋਰ ਦੱਸਦੇ ਨੇ ਜਿਹੜੀਆਂ ਵਿਚਾਰ ਵਾਲੇ ਬੰਨੇ ਬੱਚਿਆਂ ਦੀ ਸੁਰਤ ਨੂੰ ਲਿਜਾ, ਇਹੀ ਕੁਝ ਹੈ ਨਾ। ਹੁਣ ਸਾਡੇ ਵਿਆਹ ਹੁੰਦੇ ਨੇ, ਵਿਆਹਾਂ ਦੇ ਉੱਪਰ ਸ਼ਰਾਬਾਂ ਪੀਣੀਆਂ, ਇਹ ਤੇ ਕੋਈ ਇਨਸਾਨੀਅਤ ਨਹੀਂ, ਮਾਫ ਕਰਨਾ, ਗੁੱਸਾ ਹੀ ਭਾਵੇਂ ਕੋ ਕਰੇ। ਵਿਆਹ ਇੱਕ ਬੜਾ ਹੀ ਪਵਿੱਤਰ ਕਰਮ ਹੈ। ਜਦੋਂ ਦੋ ਜੀਆਂ ਦਾ ਜ਼ਿੰਦਗੀ ਦੇ ਅੰਦਰ ਸੰਜੋਗ ਹੁੰਦਾ ਹੈ, ਦੋ ਆਤਮਾਵਾਂ ਦਾ, ਇੱਕ ਬਹੁਤ ਇੱਕ ਪਵਿੱਤਰ, ਇਵੇਂ ਕਹਿ ਲਓ ਕਿ ਜ਼ਿੰਦਗੀ ਦਾ ਇੱਕ ਪੜਾਅ ਹੈ ਵਿਆਹ ਜਿਹੜਾ ਹੈ, ਜਿਹਨੂੰ ਅਸੀਂ ਆਨੰਦ ਕਾਰਜ ਕਹਿੰਦੇ। ਮਾਮੂਲੀ ਘਟਨਾ ਨਹੀਂ ਹੈ, ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਰਹੀ ਦੋ ਬੱਚਿਆਂ ਦੀ। ਤੇ ਅਸੀਂ ਉਹਨੂੰ ਆਪਾਂ ਸ਼ਰਾਬਾਂ ਪੀ ਕੇ ਭੰਗੜੇ ਪਾ ਕੇ ਕੱਢ ਦਈਏ, ਸਾਡੀ ਕਿੰਨੀ ਬਦਕਿਸਮਤੀ ਹੈ। ਅਸੀਂ ਕਹਿੰਦੇ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ, ਸਾਡੇ ਬੱਚੇ ਕਿੱਧਰ ਜਾ ਰਹੇ ਨੇ। ਇਹ ਬੱਚੇ ਆਪ ਨਹੀਂ ਜਾ ਰਹੇ, ਇਹ ਸਾਡੇ ਭੇਜੇ ਜਾ ਰਹੇ ਨੇ। ਹੁਣ ਵਿਆਹਾਂ ਤੇ ਵੱਜਦਾ ਕੀ ਹੈ ਜੀ? ਦਾਨੇ ਪ੍ਰਧਾਨੇ ਬੱਚੇ ਬੰਦੇ ਸੁਣਦੇ ਨੇ, ਸਾਡੀਆਂ ਧੀਆਂ ਸਾਡੀਆਂ ਬੱਚੀਆਂ ਨੱਚਦੀਆਂ ਨੇ, ਭੰਗੜੇ ਪਾਉਂਦੀਆਂ ਨੇ, ਇਹੀ ਕੁਝ ਹੋਣਾ ਉੱਥੇ। ਫਿਰ ਸਾਡਾ ਸਮਾਜ ਕਿੱਧਰ ਨੂੰ ਜਾਏਗਾ? ਬੱਚੇ ਕਿੱਧਰ ਨੂੰ ਜਾਣਗੇ? ਇੱਧਰ ਨੂੰ ਹੀ ਜਾਣਗੇ। ਉਹ ਲੈਨਨ ਮਾਰਕਸ ਕਹਿੰਦਾ ਮੈਂ ਤੁਹਾਨੂੰ ਦੱਸ ਸਕਦਾ ਕਿ ਤੁਹਾਡਾ ਸਮਾਜ ਕਿਹੋ ਜਿਹਾ ਹੋਏਗਾ। ਉਹ ਜਿਹਾ ਹੋਏਗਾ ਜੋ ਕੁਝ ਤੁਹਾਡੇ ਬੱਚੇ ਸੁਣ ਰਹੇ ਨੇ, ਉਹ ਜਿਹਾ ਹੀ ਸਮਾਜ ਹੋਏਗਾ। ਫਿਰ ਸਾਡੇ ਬੱਚੇ ਜ਼ਰੂਰ ਸ਼ਰਾਬੀ ਬਣਨਗੇ ਜੇ ਸ਼ਰਾਬਾਂ ਦੇ ਗੀਤ ਸੁਣਨਗੇ। ਸਾਡੇ ਬੱਚੇ ਜ਼ਰੂਰ ਉਸ ਵਿਚਾਰ ਵਾਲੇ ਬੰਨੇ ਜਾਣਗੇ ਜੋ ਸੁਣਨਗੇ ਕਲਾਕਾਰਾਂ ਦੇ ਰਾਹੀਂ। ਰਾਗ ਮਾੜਾ ਨਹੀਂ ਹੈ, ਰਾਗ ਦੇ ਰਾਹੀਂ ਜਦੋਂ ਇਸੇ ਕਰਕੇ ਤੇ ਰਾਗ ਨੂੰ ਨਫ਼ਰਤ ਕੀਤੀ ਇਸਲਾਮ ਜਗਤ ਨੇ ਕਿ ਇਹਦੇ ਰਾਹੀਂ ਜੋ ਕੁਝ ਦਿੱਤਾ ਜਾ ਰਿਹਾ ਹੈ ਉਹਦੇ ਰਾਹੀਂ ਸਮਾਜ ਗਿਰਾਵਟ ਵੱਲ ਜਾ ਰਿਹਾ ਹੈ। ਤੇ ਹੁਣ ਆਪਾਂ ਵੀ ਉਹੀ ਕੁਝ ਦੇਖ ਰਹੇ, ਆਸੇ ਪਾਸੇ ਕੀ ਹੋ ਰਿਹਾ ਹੈ। ਉਹਨਾਂ ਸਿਆਣੇ ਲੋਕਾਂ ਨੂੰ, ਚੰਗੇ ਕਲਾਕਾਰਾਂ ਨੂੰ ਨਮਸਕਾਰ ਹੈ ਭਾਈ, ਜਿਹੜੇ ਰਾਗ ਦੇ ਰਾਹੀਂ ਵਧੀਆ ਚੀਜ਼ਾਂ ਲੋਕਾਂ ਤੱਕ ਪਹੁੰਚਾਉਂਦੇ ਨੇ। ਚਾਹੀਦਾ ਹੀ ਹੈ ਕਿ ਵਧੀਆ ਕੁਝ ਦਿੱਤਾ ਜਾਏ। ਰਾਗ ਦੇ ਰਾਹੀਂ, ਸੰਗੀਤ ਦੇ ਰਾਹੀਂ ਬੜੀ ਜਲਦੀ ਮਨੁੱਖ ਖਿੱਚ ਆ ਜਾਂਦਾ ਹੈ। ਤੁਸੀਂ ਹੈਰਾਨ ਹੋਵੋਗੇ, ਕਈ ਲੋਕ ਪੰਜਾਬੀ ਨਹੀਂ ਜਾਣਦੇ। ਬਹੁਤ ਸਾਰੇ ਤੁਸੀਂ ਆਪਣੇ ਮੁਲਕ ਦੇ ਅੰਦਰ ਦੂਜੀਆਂ ਸਟੇਟਾਂ ਚੱਲ ਜਾਓ ਜਾਂ ਦੂਜੇ ਕੰਟਰੀਆਂ 'ਚ ਅਸੀਂ ਜਾਂਦੇ ਦੇਖਦੇ, ਉਹਨਾਂ ਨੂੰ ਕੀ ਸਾਡੀ ਸ਼ਬਦਾਵਲੀ ਯਾਦ ਨਹੀਂ ਹੈ, ਲੇਕਿਨ ਮਿਊਜ਼ਿਕ ਨੂੰ ਦੇਖ ਕੇ ਉਹ ਵੀ ਭੰਗੜਾ ਪਾਉਣਾ ਸ਼ੁਰੂ ਕਰਨ। ਭਾਵੇਂ ਕਾਲੇ ਨੇ, ਭਾਵੇਂ ਗੋਰੇ ਨੇ, ਭਾਵੇਂ ਬਿਹਾਰ 'ਚ ਮੈਂ ਇੱਕ ਵਾਰ ਗਿਆ, ਇੱਕ ਹੋਟਲ 'ਚ ਅਸੀਂ ਠਹਿਰੇ, ਤੇ ਇੱਕ ਬੱਚਾ ਸਾਡੇ ਵੱਲ ਦੇਖ ਕੇ ਤੇ ਉਦਾਂ ਹੀ ਇੱਕ ਦਲੇਰ ਮਹਿੰਦੀ ਦਾ ਗੀਤ ਗਾਉਣਾ ਉਹਨੇ ਸ਼ੁਰੂ ਕਰ ਦਿੱਤਾ ਸਾਡੀਆਂ ਦਸਤਾਰਾਂ ਦੇਖ ਕੇ। ਮਿਊਜ਼ਿਕ ਜਿਹੜਾ ਹੈ ਉਹ ਲੋਕਾਂ ਨੂੰ ਖਿੱਚਦਾ ਆਪਣੇ ਵੱਲ, ਉਹ ਭਾਵੇਂ ਕਿਸੇ ਵੀ ਥਾਂ ਤੇ ਗਾਇਆ ਜਾਏ। ਤੇ ਸਤਿਗੁਰੂ ਜੀ ਕਹਿੰਦੇ ਸੰਗੀਤ ਦੇ ਤੁਸੀਂ ਚੰਗੀਆਂ ਗੱਲਾਂ ਲੋਕਾਂ ਤੱਕ ਪਹੁੰਚਾਓ, ਲੋਕੀ ਤੇ ਸੁਣਦੇ ਬੜੀ ਜਲਦੀ ਨੇ। ਮਿਊਜ਼ਿਕ ਇੱਕ ਸਾਧਨ ਹੈ ਲੋਕਾਂ ਤੱਕ ਸੱਚ ਪਹੁੰਚਾਉਣ ਦਾ। ਤੇ ਸਤਿਗੁਰੂ ਜੀ ਕਹਿੰਦੇ ਅਸੀਂ ਆ ਜਿਹੜਾ ਦੁਨੀਆ 'ਚ ਹਨੇਰਾ ਨਹੀਂ ਪਸਰਿਆ, ਤੁਸੀਂ ਕਹਿੰਦੇ ਸੰਗੀਤ ਕਰਕੇ ਲੋਕ ਵਿਚਾਰ ਵਾਲੇ ਬੰਨੇ ਜਾਂਦੇ ਨੇ, ਔਗਣਾਂ ਵਾਲੇ ਬੰਨੇ ਜਾਂਦੇ ਨੇ। ਅਸੀਂ ਸੰਗੀਤ ਨੂੰ ਹੀ ਵਰਤਿਆ ਹੈ ਕਿ ਲੋਕੀ ਔਗਣਾਂ ਤੋਂ ਮੁਕਤ ਹੋ ਸਕਣ, ਲੋਕੀ ਪ੍ਰਮਾਤਮਾ ਦੀ ਕੀਰਤੀ ਕਰਨ। ਸੰਗੀਤ ਜਿਹੜਾ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ,
ਮਨ ਦੇ ਉੱਪਰ ਪ੍ਰਭਾਵ ਪਾਉਂਦਾ ਹੈ। ਕਹਿਓ ਜੋ ਤੁਮ ਚੰਚਲ ਮਤ ਕਰਹੀ, ਵਿਸ਼ੇ ਵਿਖੇ ਮਨ ਕੋ ਪੀਰ ਜੀ, ਸੰਚਰਹੀ। ਜਿਹੜਾ ਤੁਸੀਂ ਕਹਿੰਦੇ ਕਿ ਸੰਗੀਤ ਜਿਹੜਾ ਮਨ 'ਚ ਚੰਚਲਤਾ ਪੈਦਾ ਕਰਦਾ ਹੈ ਔਰ ਮਨ ਵਿੱਚ ਵਿਸ਼ੇ ਵਿਕਾਰ ਪੈਦਾ ਕਰਦਾ ਹੈ। ਸੋ ਤੋ ਕਾਮ ਚੇਸ਼ਟਾ ਮਾਹੀ, ਕਰੈ ਸਰੋਧ ਜੇ ਨਰਕ ਪੀਰ ਜੀ, ਬਸਿਦਾਹੀ। ਇੱਕ ਗੱਲ ਚੇਤੇ ਰੱਖਿਓ, ਜਿਹੜਾ ਮਨੁੱਖ ਸੰਗੀਤ ਨੂੰ ਕੇਵਲ ਤਾਂ ਕੇਵਲ ਵਿਕਾਰਾਂ ਲਈ ਹੀ ਵਰਤਦਾ ਹੈ, ਬੁਰਾਈਆਂ ਨੂੰ ਭੜਕਾਉਣ ਲਈ ਹੀ ਵਰਤਦਾ ਹੈ, ਉਹ ਮਨੁੱਖ ਤਾਂ ਨਰਕਾਂ ਵੱਲ ਜਾਏਗਾ ਹੀ। ਨਰਕ ਕੋਈ ਐ ਜ਼ਿੰਦਗੀ ਤੋਂ ਬਾਅਦ ਨਹੀਂ ਨੇ। ਇੱਥੇ ਜਿਹੜੇ ਨਰਕ ਭੋਗ ਲਏ, ਪਹਿਲਾਂ ਉਹਦੀ ਆਪਾਂ ਚਰਚਾ ਕਰ ਲਈਏ, ਬਾਅਦ 'ਚ ਤੇ ਜਦੋਂ ਜਾਵਾਂਗੇ ਦੇਖੀ ਜਾਏਗੀ ਗੱਲਬਾਤ। ਜਿਹੜੇ ਗਏ ਉਹਨਾਂ ਨੇ ਅੱਜ ਤੱਕ ਨਹੀਂ ਆ ਕੇ ਦੱਸਿਆ ਕਿ ਕਿਹੋ ਜਿਹਾ ਨਰਕ ਹੈ ਤੇ ਕਿਹੋ ਜਿਹਾ ਸਵਰਗ ਹੈ। ਬਹੁਤ ਗਏ ਨੇ ਤੁਹਾਡੇ ਸਾਡੇ ਬਜ਼ੁਰਗ, ਕਿਸੇ ਨੇ ਆ ਕੇ ਦੱਸਿਆ ਕਿਹੋ ਜਿਹਾ ਨਰਕ ਸਵਰਗ ਹੈ। ਇਹ ਤੇ ਇੱਕ ਮਿੱਥ ਹੈ ਕਿ ਇਹ ਤੋਂ ਬਾਅਦ ਕੋਈ ਨਰਕ ਹੈ, ਇਹ ਤੋਂ ਬਾਅਦ ਕੋਈ ਸਵਰਗ ਹੈ। ਇਹ ਜ਼ਿੰਦਗੀ 'ਚ ਜਿਹੜਾ ਅਸੀਂ ਨਰਕ ਭੋਗ ਰਹੇ ਹਾਂ, ਦੇਖੋ ਨਾ, ਔਗਣਾਂ ਦੀਆਂ ਗੱਲਾਂ ਸੁਣੀਆਂ ਅੰਦਰੋਂ ਮਨੁੱਖ ਪੀੜਤ ਹੋ ਜਾਂਦਾ ਹੈ, ਗੁੱਸੇ ਦੇ ਨਾਲ, ਹੰਕਾਰ ਦੇ ਨਾਲ, ਚਿੰਤਾ ਦੇ ਨਾਲ, ਵਿਕਾਰਾਂ ਦੇ ਨਾਲ। ਗੁਰਬਾਣੀ ਕਹਿੰਦੀ ਸਾਡੇ ਅੰਦਰ ਤੇ ਹੁਣ ਅੱਗ ਬਲ ਰਹੀ ਕਈ ਤਰ੍ਹਾਂ ਦੀ, ਉਹ ਨਰਕਾਂ ਦੀ ਅੱਗ ਪਤਾ ਨਹੀਂ ਕਿੱਦਾਂ ਦੀ ਹੋਏਗੀ ਜਾਂ ਨਹੀਂ ਹੋਏਗੀ। ਹੁਣ ਤੇ ਸਾਡੇ ਅੰਦਰ ਜੀਓ ਤਪਤ ਹੈ ਬਾਹਰੋਂ ਬਾਹਰ, ਤਪ ਖਪੈ ਬਹੁਤ ਬੇਕਾਰ। ਹੁਣ ਤੇ ਸਾਡੇ ਅੰਦਰ ਇੱਕ ਨਹੀਂ ਹੈ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। 5 ਤਰ੍ਹਾਂ ਦੀ ਅੱਗ ਤੇ ਹੋਣ ਵਾਲੀ ਹੈ, ਤੇ ਉਹ ਜਿਹੜਾ ਨਰਕ ਗ੍ਰੰਥਾਂ ਨੇ ਦੱਸਿਆ ਉਹ ਕੋਈ ਉਦੋਂ ਭਿਆਨਕ ਹੋਏਗਾ। 5 ਤਰ੍ਹਾਂ ਦੀ ਅੱਗ ਹੋਣ ਹੈ ਸਾਡੇ ਅੰਦਰ। ਹੰਕਾਰ 'ਚ ਸੜੀ ਜਾਂਦੇ ਆ, ਕ੍ਰੋਧ 'ਚ ਸੜੀ ਜਾਂਦੇ, ਚਿੰਤਾ ਦੇ ਨਾਲ ਨਿੱਤ ਆਪਾਂ ਸੜੀ ਜਾਂਦੇ ਆ। ਇਹਦੋਂ ਭਿਆਨਕ ਅੱਗ ਕੀ ਹੋ ਸਕਦੀ ਹੈ? ਲੋੜ ਤਾਂ ਇਸ ਅੱਗ ਨਰਕ ਦੀ ਅੱਗ ਤੋਂ ਬਚਣ ਦੇ ਸੀ। ਜਿਸ ਮਨੁੱਖ ਨੇ ਇਸ ਜ਼ਿੰਦਗੀ ਦੇ ਅੰਦਰ ਇਨਸਾਨੀਅਤ ਨੂੰ ਤਿਆਗ ਦਿੱਤਾ, ਉਹ ਤੇ ਘੋਰ ਨਰਕ 'ਚ ਹੋਣਾ। ਭਾਵੇਂ ਉਹ ਬਾਹਰੋਂ ਸਵਰਗ ਵਰਗੇ ਮੁਲਕ 'ਚ ਹੀ ਰਹਿੰਦਾ ਹੋਏ, ਬਾਹਰੋਂ ਕਹੇ ਜੀ ਮੇਰੇ ਕੋਲ ਬਹੁਤ ਵਧੀਆ ਸਾਧਨ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਬੜੇ ਬਚਨ ਕ੍ਰਾਂਤੀਕਾਰੀ ਨੇ, ਇਹਨਾਂ ਨੂੰ ਬੜੇ ਧਿਆਨ ਨਾਲ ਪੜ੍ਹਿਆ ਕਰੋ। ਦੁਨੀਆ ਸਵਰਗ ਦੀ ਗੱਲ ਕਰਦੀ ਹੈ, ਨਰਕ ਦੀ ਗੱਲ ਕਰਦੀ ਹੈ। ਸਰਗ ਵਾਲੇ ਲੋਕਾਂ ਨੇ ਕਲਪਿਆ ਜੀ ਉਹ ਬਹੁਤ ਸੋਹਣਾ ਹੈ, ਉੱਥੇ ਖਾਣ ਪੀਣ ਦੀਆਂ ਬੜੀਆਂ ਮੌਜਾਂ ਨੇ, ਉੱਥੇ ਜੋ ਕੁਝ ਉਹ ਦੱਸਦੇ ਉਦੋਂ ਵੱਡਾ ਨਰਕ ਤੇ ਕੋਈ ਹੋ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਮੰਨ ਲਓ ਜਿਹੜਾ ਸਵਰਗ ਕਲਪਿਆ ਬੰਦਾ, ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਣ ਹੈ। ਸਵਰਗ ਵਰਗੇ ਮੁਲਕਾਂ 'ਚ ਰਹਿੰਦਾ ਹੋਵੇ। ਵੈਸੇ ਸਵਰਗ ਦਾ ਅਰਥ ਹੈ ਸਵੈ ਅਰਗ, ਜੋ ਮੈਂ ਚਾਹਾਂ ਮੈਨੂੰ ਸੁੱਖ ਮਿਲਦਾ ਜਾਏ, ਲੋੜਾਂ ਪੂਰੀਆਂ ਹੁੰਦੀਆਂ ਜਾਣ, ਮੇਰੇ ਕੋ ਮਨ ਮਰਜ਼ੀ ਦੀਆਂ ਮਸ਼ੀਨਾਂ ਹੋਣ, ਗੱਡੀਆਂ ਹੋਣ, ਕਾਰਾਂ ਹੋਣ, ਸਹੂਲਤਾਂ ਹੋਣ, ਖਾਣ ਪੀਣ ਦੇ ਸਾਧਨ, ਇਹਨੂੰ ਸਵਰਗ ਕਹਿੰਦੇ ਨੇ। ਸਵਰਗ ਦਾ ਅਰਥ ਸਵੈ ਅਰਗ, ਜੋ ਮੈਂ ਸੋਚਾਂ ਆਪਣੇ ਮਨ 'ਚ ਉਹ ਮੇਰੀ ਚੀਜ਼ ਪੂਰੀ ਹੁੰਦੀ, ਇਹਨੂੰ ਕਿਹਾ ਜਾਂਦਾ ਸਵਰਗ। ਸਤਿਗੁਰੂ ਜੀ ਕਹਿੰਦੇ ਬੰਦਾ ਸਵਰਗ ਵਰਗੇ ਮੁਲਕਾਂ ਵਿੱਚ ਵਸਦਾ ਹੋਏ, ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਣ ਹੈ। ਜਿੱਥੇ ਉਹਦੇ ਕੋਲ ਇਹੋ ਜਿਹੀਆਂ ਸੁੱਖ ਸਹੂਲਤਾਂ ਹੋਣ, ਮਨ ਮੌਜਾਂ ਹੋਣ, ਉੱਥੇ ਸਾਰੀ ਧਰਤੀ ਤੋਂ ਉਹਦਾ ਹੁਕਮ ਵੀ ਚੱਲਦਾ ਹੋਏ, 9 ਖੰਡਾਂ ਦਾ ਉਹ ਜੇਤੂ ਹੋਏ। ਪਰ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਪ੍ਰਮਣੈ। ਜੇ ਉਹਨੇ ਪ੍ਰਮਾਤਮਾ ਨੂੰ ਭੁਲਾ ਦਿੱਤਾ, ਪ੍ਰਮਾਤਮਾ ਨੂੰ ਭੁਲਾਉਣ ਦਾ ਅਰਥ ਹੈ ਕਿ ਬੰਦਾ ਇਮਾਨਦਾਰੀ ਤੋਂ ਟੁੱਟ ਗਿਆ, ਬੰਦੇ ਦੇ ਅੰਦਰੋਂ ਹਲੀਮੀ, ਬੰਦੇ ਦੇ ਅੰਦਰੋਂ ਸੰਤੋਖ ਖਤਮ ਹੋ ਗਿਆ, ਅੰਦਰ ਹੰਕਾਰ ਹੈ, ਕ੍ਰੋਧ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਤੇ ਬੰਦਾ ਸਵਰਗ ਵਰਗੇ ਮੁਲਕ 'ਚ ਵੀ ਬੈਠਾ ਇਵੇਂ ਰਹੇਗਾ ਜਿਵੇਂ ਉਹ ਜੰਗਲ 'ਚ ਫਿਰ ਰਿਹਾ। ਜੰਗਲ 'ਚ ਫਿਰਨ ਦਾ ਕੀ ਹੈ? ਬੰਦਾ ਉਦਾਸ ਹੁੰਦਾ ਹੈ, ਡਰਿਆ ਹੁੰਦਾ ਹੈ, ਸਹਿਮਿਆ ਹੁੰਦਾ ਹੈ, ਪਤਾ ਨਹੀਂ ਉਹਨੂੰ ਹਰ ਵੇਲੇ ਇੱਧਰੋਂ ਉੱਧਰੋਂ ਡਰ ਲੱਗਦਾ ਕਿ ਕਿੱਧਰੋਂ ਕੀ ਆ ਜਾਣਾ। ਜੰਗਲ ਦੀ ਇਹੀ ਹਾਲਤ ਹੈ। ਤੇ ਹੁਣ ਤੁਸੀਂ ਮਨੁੱਖੀ ਸਮਾਜ 'ਚ ਨਜ਼ਰ ਮਾਰ ਲਓ, ਵੱਡੇ ਵੱਡੇ ਘਰਾਂ 'ਚ ਅਸੀਂ ਕਿੰਨੇ ਕੁ ਖੁਸ਼ ਹਾਂ, ਵੱਡੇ ਵੱਡੇ ਕਾਰੋਬਾਰ ਨੇ ਆਪਾਂ ਕਿੰਨੇ ਕੁ ਖੁਸ਼ ਹਾਂ, ਵੱਡੇ ਵੱਡੇ ਰੁਤਬਿਆਂ ਦੇ ਬੈਠੇ ਕਿੰਨੇ ਕੁ ਐਂ ਬੇਖੌਫ ਹੋ ਕੇ ਫਿਰਦੇ ਨੇ। ਉੱਥੇ ਜਿੰਨਾ ਚਿਰ 500-700 ਉਹਨਾਂ ਦੇ ਦੁਆਲੇ ਸਿਪਾਹੀ ਨਾ ਹੋਏ, ਘਰੋਂ ਹੀ ਨਹੀਂ ਬਾਹਰ ਨਿਕਲਦੇ, ਉਹ ਕਿੰਨੇ ਕੁ ਸਵਰਗ 'ਚ ਨੇ ਭਲਾਓ। ਉਹ ਤੇ ਡਰੇ ਬੈਠੇ ਨੇ ਸਭ ਤੋਂ ਜ਼ਿਆਦਾ, ਉਹ ਤੇ ਆਪਣੀ ਪ੍ਰਜਾ 'ਚ ਫੇਰ ਹੀ ਨਹੀਂ ਸਕਦੇ। ਜਿਹੜਾ ਕੋਈ ਹਾਕਮ ਆਪਣੀ ਪ੍ਰਜਾ 'ਚ ਬੇਖੌਫ ਹੋ ਕੇ ਫਿਰ ਨਹੀਂ ਸਕਦਾ, ਉਹ ਹਾਕਮ ਨਹੀਂ ਹੈ, ਉਹ ਜ਼ਾਲਮ ਹੈ। ਆਪਣੀ ਪ੍ਰਜਾ ਤੋਂ ਡਰ ਲੱਗੇ ਜਿਹਨੂੰ, ਉਹ ਹਾਕਮ ਹੈ ਕੋਈ? ਹਾਕਮ ਤੇ ਉਹ ਹੁਣ ਜਿਹਨੂੰ ਪ੍ਰਜਾ ਜਿਹੜੀ ਹੱਥਾਂ ਤੇ ਚੁੱਕੀ ਫਿਰੇ, ਉਹਨੂੰ ਪੁਲਿਸ ਦੀ ਕੀ ਲੋੜ ਹੈ? ਆਪਣੀ ਪ੍ਰਜਾ 'ਚ ਫਿਰਦੇ ਆ। ਇਹਦਾ ਮਤਲਬ ਇਹ ਚੋਰ ਨੇ ਲੋਕ, ਇਹ ਲੋਕਾਂ ਤੋਂ ਡਰਦੇ ਨੇ, ਇਕੱਲੇ ਆ ਹੀ ਨਹੀਂ ਸਕਦੇ ਲੋਕਾਂ ਦੇ ਅੰਦਰ, ਕਿਉਂਕਿ ਇਹਨਾਂ ਨੇ, ਇਹ ਉਹੀ ਰਾਜੇ ਨੇ ਜਿਹੜੇ ਕਲਕਾਤੀ ਰਾਜੇ ਕਸਾਈ ਵਾਲੀ ਗੱਲ ਹੈ। ਸਤਿਗੁਰੂ ਜੀ ਨੇ ਅਗਲਾ ਬਚਨ ਕਿਹਾ, ਕੌਤਕ ਕੋੜ ਤਮਾਸੇ ਅਚਿਤ ਨਾ ਆਪਸ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਕਰੋੜਾਂ ਰੰਗ ਤਮਾਸੇ ਹੋਣ, ਸਾਰੀ ਧਰਤੀ ਦਾ ਜੇਤੂ ਹੋਏ, ਸਵਰਗ ਵਰਗੇ ਮੁਲਕਾਂ 'ਚ ਵਸਦਾ ਹੋਏ, ਪਰ ਉਹਨੇ ਕਦੀ ਰੱਬ ਨੂੰ ਚੇਤੇ ਹੀ ਨਾ ਕੀਤਾ ਹੋਏ। ਸਤਿਗੁਰੂ ਜੀ ਕਹਿੰਦੇ ਕੋੜੀ ਨਰਕ ਬਰਾਬਰੇ, ਉਹ ਬੰਦਾ ਤੇ ਘੋਰ ਨਰਕ 'ਚ ਰਹਿ ਰਿਹਾ, ਹੁਣ ਰਹਿ ਰਿਹਾ। ਇਹਦੋਂ ਬਾਅਦ ਕੀ ਹੋਣਾ ਕਿਸੇ ਨੂੰ ਕੋਈ ਪਤਾ ਨਹੀਂ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਕੀ ਹੁੰਦਾ ਕਿਸੇ ਨੂੰ ਕੁਝ ਨਹੀਂ ਪਤਾ, ਸਭ ਕਾਲਪਨਿਕ ਗਥਾਵਾਂ ਨੇ।
ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ, ਨਾਨਕ ਏਵ ਨਾ ਜਾਪੀ ਕਿੱਥੇ ਜਾਏ ਸਮਾਏ। ਕਿਸੇ ਨੂੰ ਨਹੀਂ ਪਤਾ ਬੰਦਾ ਕਿੱਥੇ ਚਲਿਆ ਜਾਂਦਾ। ਆਪਾਂ ਗੁਰਬਾਣੀ 'ਚ ਅਕਸਰ ਪੜ੍ਹਦੇ ਹਾਂ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਕਿਸੇ ਨੂੰ ਪਤਾ ਹੀ ਨਹੀਂ ਕਿੱਧਰ ਜਾਂਦਾ ਬੰਦਾ। ਤੇ ਇਹ ਕਿੱਥੋਂ ਹੀ ਸੁਣ ਲਿਆ ਵੀ ਅੱਗੇ ਨਰਕ ਨੇ, ਅੱਗੇ ਇੰਨੇ ਦਿਨ ਲੱਗਦੇ ਨੇ। ਇਹ ਕਾਲਪਨਿਕ ਗੱਲਾਂ ਨੇ। ਸਤਿਗੁਰੂ ਜੀ ਕਹਿੰਦੇ ਕਿਸੇ ਨੂੰ ਪਤਾ ਨਹੀਂ ਕਿੱਧਰ ਜਾਂਦਾ ਬੰਦਾ। ਪਰ ਜੋ ਅੱਜ ਹੈ ਜ਼ਿੰਦਗੀ 'ਚ ਨਰਕ, ਗੱਲ ਤਾਂ ਉਹਨੂੰ ਦੂਰ ਕਰਨ ਦੀ ਸੀ। ਅੱਜ ਦੀ ਜ਼ਿੰਦਗੀ ਨੂੰ ਸਵਰਗਵਾਸੀ ਬਣਾਉਣ ਦੀ ਗੱਲ ਸੀ, ਧਰਤੀ ਨੂੰ ਸਵਰਗ ਬਣਾਉਣ ਦੀ ਗੱਲ ਸੀ, ਸਮਾਜ ਨੂੰ ਸਵਰਗ ਬਣਾਉਣ ਦੀ ਗੱਲ ਸੀ। ਉਸ ਅਖੌਤੀ ਸਵਰਗ ਨੂੰ ਪ੍ਰਾਪਤ ਕਰਨ ਲਈ ਆਪਾਂ ਜ਼ਿੰਦਗੀ 'ਚ ਦੁੱਖੀ ਸਹਾਰੀ ਚੱਲੇ ਜਾਣੇ। ਕੋਈ ਨੰਗੇ ਪੈਰੀਂ ਭੱਜਾ ਫਿਰਦਾ, ਕੋਈ ਭੁੱਖਾ ਬੈਠਾ, ਕੋਈ ਧੂਣੀਆਂ ਤਾ ਕੇ ਬੈਠਾ, ਕੋਈ ਪੁੱਠਾ ਲਟਕਿਆ ਹੋਇਆ, ਕੋਈ ਐਵੇਂ ਧਰਮ ਦੇ ਨਾਂ ਤੇ ਲੜੀ ਜਾਂਦਾ, ਲੋਕਾਂ ਦੇ ਸਿਰ ਪਾੜੀ ਜਾਂਦਾ। ਧਰਤੀ ਨੂੰ ਨਰਕ ਬਣਾ ਲਿਆ। ਇਹਦੋਂ ਵਧੀਆ ਧਰਤੀ ਵਰਗੀ ਜਗ੍ਹਾ ਬ੍ਰਹਿਮੰਡ 'ਚ ਕੋਈ ਨਹੀਂ ਹੈ। ਜਿਹੜਾ ਬੰਦਾ ਇਸ ਧਰਤੀ ਤੇ ਸੰਤੁਸ਼ਟ ਨਹੀਂ ਹੈ, ਜਿਹੜਾ ਬੰਦਾ ਮਨੁੱਖਾ ਜ਼ਿੰਦਗੀ ਸੰਤੁਸ਼ਟ ਨਹੀਂ ਹੈ, ਸਤਿਗੁਰੂ ਜੀ ਨੇ ਐਵੇਂ ਨਹੀਂ ਕਿਹਾ ਕਿ ਇਹ ਇੱਕ ਦੁਰਲਭ ਮੌਕਾ ਹੈ। ਦੁਰਲਭ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੰਬਾਰ। ਇਹ ਦੁਰਲਭ ਮੌਕਾ ਹੈ ਮਨੁੱਖਾ ਜ਼ਿੰਦਗੀ ਦਾ। ਜੇ ਇੱਥੇ ਅਸੀਂ ਆਨੰਦ ਨਾ ਮਾਣਿਆ, ਜੇ ਜ਼ਿੰਦਗੀ ਦੀ ਮੌਜ ਨਾ ਮਾਣੀ, ਜੇ ਜ਼ਿੰਦਗੀ ਦਾ ਰਸ ਨਾ ਮਾਣਿਆ, ਤੇ ਮੁੜ ਕੇ ਨਹੀਂ ਮਿਲਣੀ ਜ਼ਿੰਦਗੀ। ਐਵੇਂ 100 ਸਾਨੂੰ ਲਾਰਾ ਕੁਲਾਏ ਅੱਗੇ ਸਵਰਗ ਮਿਲੇਗਾ। ਸਤਿਗੁਰੂ ਜੀ ਕਹਿੰਦੇ ਇਹ ਜ਼ਿੰਦਗੀ 'ਚ ਬੰਦਾ ਨਰਕਾਂ ਦਾ ਵਾਸੀ ਬਣਦਾ। ਜਿਹੜਾ ਬੰਦਾ ਇਹ ਜ਼ਿੰਦਗੀ ਦੇ ਅੰਦਰ ਸੰਗੀਤ ਦੇ ਰਾਹੀਂ ਬੁਰੀਆਂ ਗੱਲਾਂ ਕਰਦਾ, ਲੋਕਾਂ ਨੂੰ ਸੁਣਾਉਂਦਾ ਜਾਂ ਆਪ ਕਰਦਾ, ਸਤਿਗੁਰੂ ਜੀ ਕਹਿੰਦੇ ਉਹਦੇ ਤੇ ਅੰਦਰ ਹੀ ਨਰਕ ਹੈ। ਉਹ ਤੇ ਨਰਕ ਤੋਂ ਨਹੀਂ ਬਚ ਸਕਦਾ, ਭਾਵੇਂ ਜਿੰਨੇ ਮਰਜ਼ੀ ਉਹ ਯਤਨ ਕਰ ਲਏ। ਸੋ ਤੇ ਅਬ ਦੂਸਰ ਉੱਤਰ ਸੁਨ ਕਾਨੇ 14 ਤਬਕ ਕੁਰਾਨ ਬਖਾਨੇ। ਆ ਪੀਰ ਜੀ ਜਿਹੜੀ ਤੁਸੀਂ ਅਗਲੀ ਗੱਲ ਕੀ, ਪਹਿਲੀ ਤੇ ਗੱਲ ਸੀ ਸੰਗੀਤ ਦੀ। ਸੰਗੀਤ ਪ੍ਰਮਾਤਮਾ ਦੇ ਪਿਆਰ 'ਚ ਜੁੜਨ ਲਈ ਬੜਾ ਵਧੀਆ ਇੱਕ ਸਾਧਨ ਹੈ। ਗੁਰਬਾਣੀ ਦਾ ਕੀਰਤਨ, ਗੁਰੂ ਕੇ ਕੀਰਤਨੀ ਕਿਤੇ ਰਾਗ 'ਚ ਕਰਦੇ ਹੁਣ ਜੁੜ ਕੇ, ਬਦੋ ਬਦੀ ਮਨ ਟਿਕ ਜਾਂਦਾ ਹੈ, ਇਕਾਗਰ ਹੋ ਜਾਂਦਾ ਹੈ ਮਨ। ਬਹੁਤ ਸਾਰੇ ਮੈਂ ਉਹ ਲੋਕ ਦੇਖੇ, ਅਮਰੀਕਾ 'ਚ ਰਹਿਣ ਦਾ ਮੌਕਾ ਮਿਲਿਆ ਮੈਨੂੰ। ਕਈ ਗੋਰਿਆਂ ਨੇ ਆ ਕੇ ਨੇ ਚਾਅ ਨਾਲ ਕੀਰਤਨ ਸੁਣਨਾ, ਹਾਲਾਂਕਿ ਗੁਰਬਾਣੀ ਗੁਰਮੁਖੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੋਏਗੀ, ਪਰ ਉਹ ਇੰਨੇ ਮੰਤਰ ਮੁਗਧ ਹੋ ਜਾਂਦੇ ਜਦੋਂ ਕੀਰਤਨ ਦਾ ਸੀ, ਐਨ ਟਿਕ ਟਿਕੀ ਦੀ ਲਗਾ ਕੇ। ਮਾਫ ਕਰਨਾ, ਸਾਡੇ ਤੇ ਕਈ ਲੋਕਾਂ ਨੂੰ ਗੁਰਦੁਆਰੇ ਬਹਿਣਾ ਹੀ ਨਹੀਂ ਆਉਂਦਾ। ਆ ਕੇ ਗੁੱਸਾ ਕਰਨ ਵਾਲੀ ਗੱਲ ਨਹੀਂ, ਪਰ ਉਹਨਾਂ ਲੋਕਾਂ ਦੀ ਸਮਾਧੀ ਦੇਖ ਕੇ ਗਦਗਦ ਹੋ ਜਾਣਾ ਕਿ ਇੰਨੇ ਚਾਅ ਨਾਲ ਕੀਰਤਨ ਸੁਣਦੇ ਨੇ, ਉਹਨਾਂ ਨੂੰ ਉਹ 'ਚੋਂ ਰਸ ਮਿਲਦਾ ਸੀ। ਸੰਗੀਤ ਮਨੁੱਖ ਦੇ ਅੰਦਰ ਆਨੰਦ ਪੈਦਾ ਕਰਦਾ, ਚਾਹ ਪੈਦਾ ਕਰਦਾ। ਪਰ ਸੰਗੀਤ ਨਾਲ ਜੇ ਗੁਰਬਾਣੀ ਰਲ ਜੇ ਤੇ ਇਹਦੋਂ ਵੱਡੀ ਗੱਲ ਹੋਈ ਕੀ ਸਕਦੀ ਹੈ। ਸੋ ਸਤਿਗੁਰੂ ਸਾਹਿਬ ਜੀ ਨੇ ਪਹਿਲਾਂ ਤੇ ਸੰਗੀਤ ਤੇ ਚਰਚਾ ਕੀਤੀ, ਕਿਹਾ ਕਿ ਸੰਗੀਤ ਤਾਂ ਪ੍ਰਮਾਤਮਾ ਦੇ ਪਿਆਰ ਜੁੜਨ ਦਾ ਇੱਕ ਬਹੁਤ ਵਧੀਆ ਸਾਧਨ ਹੈ। ਇਹ ਗੱਲ ਵੱਖਰੀ ਹੈ, ਕੋਈ ਇਹਨੂੰ ਮਾੜੇ ਕੰਮਾਂ ਲਈ ਵਰਤਦਾ, ਉਹਨੇ ਤੇ ਨਰਕਾਂ ਦੇ ਵਾਸੀ ਬਣਨਾ ਹੀ ਹੈ। ਸੰਗੀਤ ਮਾੜਾ ਨਹੀਂ ਹੈ, ਰੱਬ ਦੀ ਸਿਫਤ ਸਲਾਹ ਕਰੋ, ਜ਼ਿੰਦਗੀ 'ਚ ਆਨੰਦ ਪੈਦਾ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਅਗਲਾ ਜਿਹੜਾ ਸਵਾਲ ਤੁਸੀਂ ਕੀਤਾ ਹੈ ਨਾ ਕਿ 14 ਤਬਕਾਂ ਦੀ ਗੱਲ, ਕਿਉਂਕਿ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਬੈਠ ਕੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਦੀ ਜਦੋਂ ਗੱਲ ਕੀਤੀ, ਤੇ ਪੀਰ ਦਸਤਗੀਰ ਸਤਿਗੁਰੂ ਜੀ ਨੂੰ ਪੁੱਛਦਾ, ਅਸੀਂ 14 ਤਬਕ ਦੀ ਗੱਲ ਕਰਦੇ ਹਾਂ, ਤੁਸੀਂ ਲੱਖਾਂ ਪਾਤਾਲਾਂ ਆਗਾਸ ਦੀ ਗੱਲ ਕਰ ਰਹੇ। ਸਤਿਗੁਰੂ ਜੀ ਉਸ ਦੀ ਗੱਲ ਕਰ ਰਹੇ ਹਨ, ਤਿਸ ਕੋ ਕਰਨ ਹਰ ਹੈ ਜੋ ਤਾ ਕੋ 14 ਕੀ ਸੁਧ ਹੋਊ। ਸਤਿਗੁਰੂ ਜੀ ਕਹਿਣਗੇ ਪੀਰ ਜੀ ਜਿਨ੍ਹਾਂ ਨੇ ਕੁਰਾਨ ਬਣਾਈ ਹੈ, ਉਚਾਰਨ ਕੀਤੀ ਹੈ, ਉਹਨਾਂ ਨੂੰ 14 ਦਾ ਹੀ ਗਿਆਨ ਹੋਏਗਾ। ਉਹਨਾਂ 14 ਦੱਸ ਦਿੱਤੇ, 'ਚ ਕਾਹਦੀ ਇਤਰਾਜ਼ ਦੀ ਗੱਲ ਹੈ। ਜਿਹਨੂੰ ਗਿਆਨ ਹੈ ਉਨੀ ਗੱਲ ਕਰ ਸਕਦਾ ਹੈ ਨਾ, ਉਦੋਂ ਅੱਗੇ ਤਾਂ ਨਹੀਂ ਨਾ ਕਰ ਸਕਦਾ। ਇਹ ਤਾਂ ਕੋਈ ਝੂਠ ਨਹੀਂ ਹੈ। ਜਿੰਨਾ ਕਿਸੇ ਨੂੰ ਗਿਆਨ ਹੋਏਗਾ ਉਨੀ ਹੀ ਉਹ ਗੱਲ ਕਰੇਗਾ। ਲਾਖਨ ਕੀ ਸੁਧ ਜਿਨ ਕੋ ਹੋਈ 33 ਬਨੇ ਨਾ ਝੂਠ ਬਗੋਈ। ਪੀਰ ਜੀ ਜਿਹਨੂੰ ਲੱਖਾਂ ਦਾ ਪਤਾ ਹੈ ਉਹ ਲੱਖਾਂ ਦੀ ਗੱਲ ਕਰੇਗਾ, ਔਰ 33 ਦਾ ਅਰਥ ਹੈ ਕਿ ਉਨੀ ਹੀ ਉਹ ਦੱਸੇਗਾ। ਜਿੰਨਾ ਕਿਸੇ ਨੂੰ ਗਿਆਨ ਹੈ ਉਨੀ ਗੱਲ ਉਹ ਕਰੇਗਾ, ਦੱਸੇਗਾ ਲੋਕਾਂ ਨੂੰ। ਲਾਖਨ ਪਰੇ ਨਾ ਔਰ ਕੋਈ ਬੇਸ਼ੁਮਾਰ ਸਾਹਿਬ ਹੈ ਸੋਈ। ਪੀਰ ਜੀ ਉਹ ਪ੍ਰਮਾਤਮਾ ਬੇਸ਼ੁਮਾਰ ਹੈ, ਪ੍ਰਮਾਤਮਾ ਦੀ ਰਚਨਾ ਬੇਸ਼ੁਮਾਰ ਹੈ। ਪ੍ਰਮਾਤਮਾ ਦੀ ਰਚਨਾ ਦਾ ਅਜੇ ਤੱਕ ਕੋਈ ਅੰਤ ਨਹੀਂ ਪਾ ਸਕਿਆ। ਦੇਖੋ ਆ ਜਿਹੜਾ 84 ਲੱਖ ਜੂਨਾਂ 4 ਖਾਣੀਆਂ, ਗੁਰਬਾਣੀ ਇਹਦੋਂ ਅਗਲੀ ਗੱਲ ਕਰਦੀ ਹੈ। ਕਿਉਂਕਿ ਗੁਰੂ ਸਾਹਿਬ ਜੀ ਜਿਸ ਇਲਾਕੇ 'ਚ ਗਏ ਉੱਥੋਂ ਦੀ ਸ਼ਬਦਾਵਲੀ ਵਰਤ ਕੇ ਸਤਿਗੁਰੂ ਜੀ ਨੇ ਉੱਥੇ ਦੇ ਲੋਕਾਂ ਨੂੰ ਸਮਝਾਇਆ। ਜੇ ਆਪਣੇ ਭਾਰਤ ਮੁਲਕ 'ਚ, ਕਿਉਂਕਿ ਇੱਥੇ ਧਾਰਨਾ ਸੀ ਕਿ 4 ਹੀ ਖਾਣੀਆਂ ਨੇ, 84 ਲੱਖ ਜੂਨਾਂ ਨੇ, ਕੋਈ ਸਵਰਗ ਹੈ, ਕੋਈ ਧਰਮਰਾਜ ਹੈ, ਤੇ ਸਤਿਗੁਰੂ ਜੀ ਨੇ ਇਹ ਸ਼ਬਦਾਵਲੀ ਵਰਤੀ ਉਹਨਾਂ ਨੂੰ ਸਮਝਾਉਣ ਦੇ ਲਈ। ਪਰ ਗੁਰਬਾਣੀ ਤਾਂ ਕਹਿੰਦੀ ਕੀਤੀ ਆ ਖਾਣੀ, ਕੀਤੀ ਆ ਬਾਣੀ, ਕੀਤੇ ਪਾਤ ਨਿੰਦ, ਕਈ ਖਾਣੀਆਂ ਨੇ। ਜਦੋਂ ਮਨੁੱਖ ਨੂੰ ਗਿਆਨ ਹੋ ਜਾਏ ਫਿਰ ਪਤਾ ਲੱਗਦਾ ਕਿ 4 ਖਾਣੀਆਂ ਹੀ ਨਹੀਂ ਹੈ, ਬੇਅੰਤ ਹੈ। ਫਿਰ ਪਤਾ ਲੱਗਦਾ ਕਿ 84 ਲੱਖ ਹੀ ਜੂਨਾਂ ਨਹੀਂ ਹੈ,
ਇਹ ਤੇ ਬੇਅੰਤ ਹੀ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਕੋਈ ਅੰਤ ਨਹੀਂ ਹੈ ਪਰਮਾਤਮਾ ਦੀ ਰਚਨਾ। ਜਦੋਂ ਅਸੀਂ ਕਹਿੰਦੇ ਕਿ 4 ਹੀ ਖਾਣੀਆਂ ਨੇ, 84 ਲੱਖ ਹੀ ਜੂਨਾਂ ਨੇ, ਇਹਦਾ ਮਤਲਬ ਕਿ ਅਸੀਂ ਅੰਤ ਪਾ ਲਿਆ ਰੱਬ ਦੀ ਰਚਨਾ ਦਾ। ਅਸੀਂ ਅੰਤ ਪਾ ਲਿਆ ਨਾ। ਪਰਮਾਤਮਾ ਦੀ ਰਚਨਾ ਦਾ ਕੋਈ ਅੰਤ ਨਹੀਂ ਹੈ। ਪਰਮਾਤਮਾ ਬੇਅੰਤ ਹੈ, ਪਰਮਾਤਮਾ ਦੀ ਰਚਨਾ ਬੇਅੰਤ ਹੈ। ਸਤਿਗੁਰੂ ਜੀ ਕਹਿਣ ਲੱਗੇ ਪੀਰ ਜੀ ਲੱਖ ਹੀ ਨਹੀਂ, ਲੱਖਾਂ ਤੋਂ ਪਰੇ ਓੜਕ ਓੜਕ ਭਾਲ ਥਕੇ। ਬੇਅੰਤ ਹੈ ਸਭ ਕੁਝ। ਦੁਨੀਆ ਥੱਕ ਗਈ, ਅੱਜ ਤੱਕ ਜਾਣ ਨਹੀਂ ਸਕੀ। ਅੱਜ ਵਿਗਿਆਨ ਦਾ ਯੁੱਗ, ਆਪਾਂ ਕਹਿੰਦੇ ਜੀ ਬੜੀ ਮਨੁੱਖ ਨੇ ਤਰੱਕੀ ਕੀਤੀ ਹੈ, ਵਿਗਿਆਨ ਨਵੀਆਂ ਖੋਜਾਂ ਲੈ ਕੇ ਆ ਰਿਹਾ, ਪਰ ਕੀ ਵਿਗਿਆਨ ਨੇ ਅੰਤ ਪਾ ਲਿਆ? ਆਏ ਦਿਨ ਕੋਈ ਨਾ ਕੋਈ ਨਵੀਂ ਗੱਲ ਪਹਿਲੀ ਆਪਣੀ ਨੂੰ ਅੱਗੇ ਹੋਰ ਵਧਾ ਦਿੰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿੰਨਾ ਕਿਸੇ ਨੂੰ ਗਿਆਨ ਹੈ ਉਨੀ ਉਹ ਗੱਲ ਕਰੇਗਾ। ਇਸ ਨਾਰਾਜ਼ਗੀ ਦੀ ਕੀ ਗੱਲ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਨਾਲ ਚਰਚਾ ਕਰਨਗੇ ਤੇ ਸਤਿਗੁਰੂ ਜੀ ਇਹ ਗੱਲ ਇਹਨਾਂ ਦੇ ਹਿਰਦਿਆਂ 'ਚ ਪੱਕੀ ਕਰ ਦੇਣਗੇ। ਜਿਹੜੀ ਹੈ ਨਾ, ਗੜ ਬਗਦਾਦ ਨਵਾਏ ਕੈ ਮੱਕਾ ਮਦੀਨਾ ਸਭੇ ਨਵਾਇਆ। ਨਵਾਉਣ ਦਾ ਅਰਥ ਹੈ ਕਿ ਜੋ ਇਹਨਾਂ ਦੀ ਧਾਰਨਾ ਬਣੀ ਸੀ ਕਿ 14 ਹੀ ਤਬਕ ਨੇ, ਜਾਂ ਜੋ ਇਹਨਾਂ ਦੇ ਮਨ 'ਚ ਇੱਕ ਖਿਆਲ ਬਣ ਗਿਆ ਸੀ ਕਿ ਸੰਗੀਤ ਮਾੜਾ ਹੀ ਹੈ, ਸਤਿਗੁਰੂ ਜੀ ਨੇ ਉਹ ਗੱਲ ਕੱਟ ਕੇ ਇਹਨਾਂ ਨੂੰ ਸੋਝੀ ਦਿੱਤੀ, ਇਹਨਾਂ ਦੇ ਅੰਦਰ ਗਿਆਨ ਪੈਦਾ ਕੀਤਾ। ਇਹ ਪੀਰ ਦਸਤਗੀਰ ਸਤਿਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਇਹ ਅਗਲੀ ਵਾਰਤਾ ਆਪ ਜੀ ਕੱਲ ਨੂੰ ਸਰਵਣ ਕਰੋਗੇ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜੀ। ਸਤਿਗੁਰੂ ਜੀ ਸਾਰਿਆਂ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।